ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਲ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਹੋਦਸ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਬਹੁਰ ਗਮਨ ਕੀ ਕਰ ਅਭਿਲਾਖਾ। ਮੁਝ ਪੁਰ ਮਰਦਾਨੇ ਸੋ ਭਾਖਾ। ਚਲਹੁ ਅਬੈ ਤੀਰਥਨ ਕੋ ਦੇਖੈ। ਜਹ ਮਾਨੁ ਹੁਐ ਜਾਤ ਵਿਸ਼ੇਖੈ। ਬਹੁਰ ਗਮਨ ਕੀ ਕਰ ਅਭਿਲਾਖਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਗੁਰੂ ਗਰੀਬ ਨਵਾਜ ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ ਵਾਲੀ ਕੁਲ ਜਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕਿਰਪਾ ਦੇ ਸਦਕਾ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਖੇ ਸ਼ਾਮ ਵੇਲੇ ਦੇ ਸੰਧਿਆ ਦੇ ਦੀਵਾਨ ਸਜੇ ਨੇ। ਦੀਵਾਨਾਂ ਦੇ ਵਿੱਚ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਗੁਰ ਇਤਿਹਾਸ ਦੀ ਕਥਾ ਵਾਰਤਾ ਹੁੰਦੀ ਹੈ। ਉਹ ਇਤਿਹਾਸ ਦੀ ਕਥਾ ਦਾ ਹੁਣ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ। ਆਓ ਗੁਰੂ ਕੇ ਸਿੱਖੋ, ਜਿਤਨੇ ਮਾਈ ਭਾਈ ਬਾਲ ਜਵਾਨ ਬਿਰਧ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤਾਂ ਨੇ, ਆਪਾਂ ਸਾਰੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਜਿਵੇਂ ਕਿ ਪ੍ਰਸੰਗ ਰੋਜ਼ ਆਪਾਂ ਸੁਣ ਰਹੇ ਹਾਂ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਤਲਵੰਡੀ ਵਿਖੇ ਰਹਿ ਰਹੇ ਨੇ। ਹੁਣ ਬਾਬਾ ਕਲਿਆਣ ਦਾਸ, ਮਾਤਾ ਤ੍ਰਿਪਤਾ ਦੇਵੀ ਜੀ, ਇਹ ਦੋਨੋਂ ਹੀ ਹੁਣ ਸੱਚਖੰਡ ਗਮਨ ਕਰ ਗਏ ਹੈ। ਇਹ ਸਤਿਗੁਰਾਂ ਦਾ ਰੋਜ਼ ਦਾ ਨਿਯਮ ਹੈ। ਸਵੇਰੇ ਅੰਮ੍ਰਿਤ ਵੇਲੇ ਉੱਠਣਾ। ਕਰੀਬਨ ਸਵਾ ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਨੇ ਇਸ਼ਨਾਨ ਪਾਨ ਕਰਕੇ ਤੇ ਘਰੋਂ ਬਾਹਰ ਚਲੇ ਜਾਣਾ। ਫਿਰ ਰਾਤ ਨੂੰ ਕਰੀਬਨ ਅੱਧੀ ਰਾਤ ਵੇਲੇ ਘਰ ਆਉਣਾ ਤੇ ਫਿਰ ਸਵੇਰੇ ਨਿਕਲ ਜਾਣਾ। ਕਿਸੇ ਨੂੰ ਪਤਾ ਨਹੀਂ ਸਤਿਗੁਰੂ ਕਿੱਥੇ ਜਾਂਦੇ ਹੈ, ਕਿੱਥੋਂ ਆਉਂਦੇ ਹੈ। ਇਹ ਸਾਰੇ ਲੋਕ ਹੈਰਾਨ ਨੇ। ਇੱਕ ਦਿਨ ਮਨੁੱਖਾਂ ਨੇ ਆ ਕੇ ਸਤਿਗੁਰਾਂ ਨੂੰ ਸਮਝਾਇਆ ਹੈ ਕਿ ਮਹਾਰਾਜ, ਜਿਵੇਂ ਤੁਹਾਡੇ ਪਿਤਾ ਬਾਬਾ ਕਾਲੂ ਜੀ ਘਰ ਵਿੱਚ ਰਹਿੰਦਿਆਂ ਹੋਇਆਂ ਗ੍ਰਸਥ ਮਾਰਗ ਵਿੱਚ ਰਹਿੰਦਿਆਂ ਨਾਲੇ ਆਪ ਦਾ ਕਾਰ ਵਿਵਹਾਰ ਕਰਦੇ ਸੀ,
ਐਸਾ ਤੁਸੀਂ ਵੀ ਕਿਉਂ ਨਹੀਂ ਆਪ ਦਾ ਸੁਭਾਅ ਬਣਾ ਲੈਂਦੇ? ਤੁਸੀਂ ਵੀ ਘਰ ਵਿੱਚ ਰਹੋ, ਆਪਦੇ ਬੱਚਿਆਂ ਨੂੰ ਪਾਲੋ, ਨਾਲੇ ਸਿਮਰਨ ਭਜਨ ਕਰੋ। ਪਰ ਸਤਿਗੁਰੂ ਸੱਚੇ ਪਾਤਸ਼ਾਹ, ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਸਭਨਾ ਜੀਵਾਂ ਦਾ ਉਧਾਰ ਕਿਉਂ ਕਰਨਾ ਹੋਇਆ? ਕਿਉਂਕਿ ਜਿਸ ਦੇ ਅੰਦਰ ਇਹ ਨਾਮ ਦੀ ਚਰਨਾਹਟ ਫੁੱਟ ਪੈਂਦੀ ਹੈ, ਉਹ ਫਿਰ ਉਹਦੇ ਕੋਲ ਰਿਹਾ ਨਹੀਂ ਜਾਂਦਾ ਹੈ। ਦੁਨਿਆਵੀ ਮਨੁੱਖ ਕੋਲ ਧਨ ਆ ਜਾਏ, ਉਹ ਧਨ ਨੂੰ ਲੁਕਾ ਲੁਕਾ ਕੇ ਰੱਖਦਾ ਹੈ, ਬੈਂਕਾਂ ਵਿੱਚ ਜਮ੍ਹਾਂ ਕਰਾ ਦਿੰਦਾ ਹੈ, ਕਈ ਅਕਾਊਂਟ ਖੁਲਾ ਲੈਂਦਾ ਕਿ ਕਿਸੇ ਨੂੰ ਪਤਾ ਨਾ ਲੱਗੇ। ਪਰ ਜਿਸ ਦੇ ਹਿਰਦੇ ਅੰਦਰ ਇਹ ਪਰਮਾਤਮਾ ਦਾ ਪ੍ਰਕਾਸ਼ ਹੋ ਜਾਏ, ਉਹ ਫਿਰ ਲੁਕਾ ਕੇ ਨਹੀਂ ਰੱਖਦਾ ਹੈ। ਉਹਦੇ ਮਨ ਵਿੱਚ ਇੱਕੋ ਇੱਕ ਤਮਾ ਹੁੰਦੀ ਹੈ ਕਿ ਜੋ ਸੁੱਖ ਮੈਂ ਮਾਣਿਆ ਹੈ, ਜਿਹੜੇ ਆਨੰਦ ਵਿੱਚ ਮੈਂ ਹਾਂ, ਉਹ ਆਨੰਦ ਨੂੰ ਸਾਰਾ ਜਗਤ ਭੋਗੇ। ਹੁਣ ਸਤਿਗੁਰੂ ਜੀ ਹੁਣ ਘਰ ਕਿਵੇਂ ਰਹਿ ਸਕਦੇ ਹੈ? ਵੀ ਜੇ ਘਰ ਰਹਿ ਪਏ, ਸੰਗਤਾਂ ਫਿਰ ਕਿੱਥੋਂ ਆਉਣ ਰੋਜ਼ ਰੋਜ਼? ਇਹ ਸਤਿਗੁਰੂ ਖੁਦ ਆਪ ਜਾ ਰਹੇ ਨੇ ਜੀਵਾਂ ਦੇ ਕਲਿਆਣ ਹਿੱਤ। ਅਤੇ ਲੋਕਾਂ ਨੇ ਬੜਾ ਸਮਝਾਇਆ, ਪਰ ਸਤਿਗੁਰੂ ਜੀ ਨੇ ਕਿਹਾ, ਭਾਈ ਤੁਸੀਂ ਸਿਆਣੇ ਹੋ, ਸਮਝਦਾਰ ਹੋ, ਤੁਹਾਡੇ ਬਚਨ ਨਹੀਂ ਮੋੜਦੇ ਹਾਂ, ਪਰ ਸਾਡੀ ਮਜਬੂਰੀ ਹੈ, ਸਾਡੇ ਕੋਲ ਨਹੀਂ ਰਿਹਾ ਜਾ ਸਕਦਾ। ਕਿਉਂਕਿ ਅਸੀਂ ਜਿਹੜੇ ਲੋਕ ਵਿਚਾਰੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਦੁਖੀ ਹੈ, ਵਿਚਾਰੇ ਕਲਪ ਰਹੇ ਨੇ ਦੁੱਖਾਂ ਦੇ ਮਾਰੇ, ਉਹਨਾਂ ਨੂੰ ਕੌਣ ਸਾਰ ਦੇਵੇਗਾ? ਉਹਨਾਂ ਨੂੰ ਪਰਮਾਤਮਾ ਤੋਂ ਸਿਵਾਏ ਹੋਰ ਕੋਈ ਆਸਰਾ ਨਹੀਂ ਹੈ। ਇਸ ਕਰਕੇ ਸਾਡਾ ਜਾਣਾ ਲਾਜ਼ਮੀ ਹੈ। ਫਿਰ ਉੱਥੇ ਕਈ ਸੰਗਤਾਂ ਹੁੰਦੀਆਂ, ਸਤਿਗੁਰਾਂ ਪਾਸੋਂ ਉਪਦੇਸ਼ ਲੈਂਦੀਆਂ, ਸਤਿਗੁਰੂ ਸਮਝਾਉਂਦੇ ਕਿ ਇੱਕ ਮਨੁੱਖ ਉਹ ਹੈ ਜਿਸ ਨੇ ਆਪ ਦਾ ਸਾਰਾ ਜੀਵਨ ਭੰਗ ਦੇ ਪਹਾੜੇ ਇੱਦਾਂ ਹੀ ਅਜਾਈਂ ਗਵਾ ਦਿੱਤਾ। ਦੂਸਰੇ ਹੈ ਜਿਨ੍ਹਾਂ ਨੇ ਦਾਨ ਪੁੰਨ ਤਾਂ ਕੀਤਾ, ਸੇਵਾ ਵੀ ਕੀਤੀ, ਪਰ ਖੁਦ ਸਿਮਰਨ ਨਾ ਕੀਤਾ, ਖੁਦ ਬੰਦਗੀ ਨਾ ਕੀਤੀ ਹੈ। ਲੋਕਾਂ ਦੀ ਬੜੀ ਟਹਿਲ ਵੀ ਕੀਤੀ ਹੈ, ਬੜੇ ਯਤਨ ਵੀ ਕੀਤੇ ਹੈ, ਪਰ ਉਹਨਾਂ ਦੀ ਹਾਲਤ ਐਸੀ ਹੈ ਕਿ ਜਿਵੇਂ ਕੋਈ ਬੰਦਾ ਘਰੋਂ ਪੈਸੇ ਲੈ ਕੇ ਆਏ ਅਤੇ ਕਿਧਰੇ ਬਾਹਰ ਜਾਏ ਕੁਝ ਲੈਣ ਵਾਸਤੇ, ਉਹ ਕੁਝ ਖਰੀਦਦਾਰੀ ਨਾ ਕਰੇ, ਸਗੋਂ ਜਿਵੇਂ ਪੈਸੇ ਲੈ ਕੇ ਗਿਆ ਉਵੇਂ ਮੋੜ ਲਿਆਏ। ਉਹਨਾਂ ਦੀ ਹਾਲਤ ਐਸੀ ਹੈ। ਉਹ ਸਵਾਸ ਲੈ ਕੇ ਆਏ ਆ ਸੰਸਾਰ ਵਿੱਚ, ਪਰ ਉਹਨਾਂ ਨਾ ਤਾਂ ਕਿਸੇ ਮਾੜੇ ਲੇਖੇ ਲਾਏ ਅਤੇ ਨਾ ਚੰਗੇ ਲੇਖੇ, ਉੱਦਾਂ ਹੀ ਚਲੇ ਗਏ। ਫਿਰ ਮੌਕਾ ਮਿਲੇਗਾ ਉਹਨਾਂ ਦੇ ਤਾਈਂ, ਫਿਰ ਦੁਬਾਰਾ ਉਹ ਇਸ ਪਰਮਾਤਮਾ ਦੇ ਸਿਮਰਨ ਵਿੱਚ ਜੁੜਨਗੇ ਤਾਂ ਕਲਿਆਣ ਹੋਏਗੀ। ਤੀਸਰੇ ਨੇ ਜਿਨ੍ਹਾਂ ਨੇ ਸਮਝ ਲਿਆ ਹੈ ਕਿ ਇਹ ਜਗ ਮਿਥਿਆ ਹੈ, ਇਹ ਧੂਏਂ ਦਾ ਪਹਾੜ ਹੈ। ਇਹ ਦੇਖੋ, ਜਿਵੇਂ ਕਿਤੇ ਅੱਗ ਬਾਲੀਏ ਅਤੇ ਧੂੰਆਂ ਉੱਡ ਉੱਡ ਕੇ ਆਕਾਸ਼ ਨੂੰ ਜਾਂਦਾ ਹੈ, ਅਤੇ ਇੰਝ ਲੱਗਦਾ ਹੈ ਜਿਵੇਂ ਆਕਾਸ਼ ਵਿੱਚ ਪਹਾੜ ਦਿਸਦੇ ਪਏ ਨੇ, ਅਤੇ ਉਹ ਪਹਾੜ ਤਾਂ ਹੈ ਨਹੀਂ ਹੈ, ਉਹ ਬੱਦਲ ਹੈ। ਉਹ ਧੂੰਆਂ ਉੱਥੇ ਇਕੱਠਾ ਹੋ ਕੇ ਪਹਾੜਾਂ ਦੀ ਨਿਆਈ ਜਾਪਦਾ ਹੈ। ਇਹ ਜਗਤ ਇਹ ਸਾਨੂੰ ਦੇਖਣੇ ਮਾਤਰ ਲੱਗਦਾ ਹੈ, ਸ਼ਾਇਦ ਬੜਾ ਸੁਖੀ ਹੈ, ਬੜਾ ਆਨੰਦਦਾਈ ਹੈ, ਪਰ ਜਦੋਂ ਇਹਦੇ ਵਿੱਚ ਖੁੱਭਦੇ ਹਾਂ, ਮਨੁੱਖ ਸੁੱਖਾਂ ਵਿੱਚ ਰਹਿ ਰਹਿ ਕੇ ਸਮਝਦਾ ਹੈ ਕਿ ਮੈਂ ਕੁਛ ਨਹੀਂ ਸਮਝਿਆ ਹੈ, ਮੈਂ ਕੁਛ ਨਹੀਂ ਪਾਇਆ ਹੈ। ਇੱਕ ਦੀ ਤਮਾ ਹੈ ਕਿ ਜਿੱਥੇ ਲੋਕ ਵੱਡੇ ਵੱਡੇ ਅਹੁਦਿਆਂ 'ਤੇ ਬੈਠੇ ਨੇ, ਵੱਡੇ ਵੱਡੇ ਸੁੱਖ ਮੰਗਦੇ ਪਏ ਨੇ, ਮੈਂ ਵੀ ਉਹ ਸੁੱਖ ਲਵਾਂ। ਇੱਕ ਮਨੁੱਖ ਦੀ ਉਹ ਤਮਾ ਹੈ। ਇੱਕ ਸੁੱਖਾਂ ਦੇ ਵਿੱਚ ਰਹਿ ਕੇ ਵੀ ਸੋਚਦਾ ਹੈ ਕਿ ਮਨਾ ਕੁਛ ਨਹੀਂ ਖੱਟਿਆ ਹੈ, ਇਉਂ ਹੀ ਗਿਆ ਹੈ ਸਾਰਾ ਕੁਛ। ਇਹ ਕੋਈ ਵਿਰਲਾ ਹੈ। ਇਹ ਨਹੀਂ ਹੈ ਕਿ ਕਿਸੇ ਨੂੰ ਸਮਝ ਨਹੀਂ ਲੱਗਦੀ ਹੈ। ਮਨੁੱਖ ਸਮਝ ਜਾਂਦਾ ਹੈ, ਪਰ ਮਜਬੂਰੀ ਹੋ ਜਾਂਦੀ ਹੈ। ਸਿਕੰਦਰ ਨੂੰ ਸਮਝ ਲੱਗ ਤਾਂ ਗਈ ਸੀ, ਪਰ ਸਮਾਂ ਬਹੁਤ ਅੱਗੇ ਚਲਾ ਗਿਆ ਸੀ। ਉਹਨੂੰ ਸਮਝ ਤਾਂ ਲੱਗ ਗਈ ਸੀ ਕਿ ਕੁਝ ਇਹੋ ਜਿਹੀਆਂ ਚੀਜ਼ਾਂ ਵੀ ਹੈ ਜੋ ਮੇਰੇ ਵੱਸ ਵਿੱਚ ਨਹੀਂ ਹੈ, ਕਿਉਂਕਿ ਉਹ ਬੈਠਾ ਸੀ, ਬੜੀ ਸੈਨਾ ਉਹਦੀ ਚਾਰ ਚੁਫੇਰੇ ਬੈਠੀ ਹੈ। ਇੱਕ ਕਾਂ ਨੇ ਆ ਕੇ ਉਹਦੇ ਸਿਰ 'ਤੇ ਬਿੱਠ ਕਰ ਦਿੱਤੀ। ਉਸੇ ਵੇਲੇ ਉਹਨਾਂ ਨੇ ਨਾਲ ਦੀਆਂ ਸਾਥੀਆਂ ਨੇ ਬੰਦੂਕਾਂ ਤਾਣ ਲਈਆਂ, ਪਰ ਕਾਂ ਨੂੰ ਮਾਰਨਾ ਬੜਾ ਮੁਸ਼ਕਿਲ ਹੈ, ਕਿਉਂਕਿ ਬੜਾ ਚੰਚਲ ਜੀਵ ਹੈ। ਉਸੇ ਵੇਲੇ ਉੱਡ ਗਿਆ ਫੜਫੜਾ ਕਰਦਾ ਹੋਇਆ। ਤਾਂ ਸਿਕੰਦਰ ਨੇ ਸੋਚਿਆ ਵੀ ਹੁਣੇ ਕੋਈ ਬੰਦਾ ਹੁੰਦਾ, ਮੈਂ ਹੁਣੇ ਮਾਰ ਮੁਕਾਉਂਦਾ, ਪਰ ਇਹਦੇ ਅੱਗੇ ਮੇਰਾ ਕੀ ਜ਼ੋਰ ਸੀ। ਇਹ ਕੁਦਰਤ ਨਾਲ ਮੈਂ ਕੀ ਟਾਕਰਾ ਕਰਾਂਗਾ। ਅੰਦਰ ਦੀ ਗਰੀਬੀ ਮਹਿਸੂਸ ਹੋ ਜਾਂਦੀ ਬੰਦਾ ਸੁੱਖਾਂ ਦੇ ਵਿੱਚ ਰਹੇ ਤੇ, ਪਰ ਦੁੱਖਾਂ ਵਿੱਚ ਰਹੇ ਨਾ ਦੁੱਖਾਂ ਦਾ ਕੋਈ ਬੋਧ, ਨਾ ਸੁੱਖਾਂ ਦਾ ਬੋਧ। ਉਹ ਤਾਂ ਵਿਚਾਰਾ ਇਉਂ ਹੀ ਸੋਚ ਸੋਚ ਕੇ ਜ਼ਿੰਦਗੀ ਲਗਾ ਦਿੰਦਾ ਹੈ, ਕਦੋਂ ਸੁੱਖਦਾਈ ਦਿਨ ਆਉਣਗੇ। ਸਤਿਗੁਰੂ ਕਹਿਣ ਲੱਗੇ, ਦੇਖੋ
एक मनुख वो है जिन्हें आपके जीवन को समझा है कि ये जीवन परमात्मा की बंदगी तो बिना लाहेकार नहीं है। ये उन्होंने मनुखा ने फिर आपका जीवन सफला कर लिया। हुण सतगुरु सच्चे पातशाह तलवंडी तो जान लगे ने, वो सारी वारता आपां भली प्रकार श्रवण करनी। प्रेम नाल सतगुरु नानक देव सच्चे पातशाह के ध्यान द्वारा चरण परसीए, उचारीए सतनाम श्री वाहिगुरु साहिब जी, सतनाम श्री वाहिगुरु साहिब जी। बाहुर गवन की कर अभिलाखा, तदों सतगुरु जी ने तलवंडी तो जान का फुरना कर लिया है। सोचते ने कि हुण तलवंडी तो जाना बने हुंदा है साडा। इदां सतगुरु जी ने इच्छा प्रगट की, मुझ पुन मरदाने सो भाखा। भाई बाला जी आखन लगे कि मैं भी कोल ही आ गया ते मैनू अते मरदाने नूं सद लिया। कह लगे ऐ मेरे मित्रो मरदाने अते बाले, हुण आपां इत्थों चल पैना है। बड़े दिन हो गए ने, हुण आपां इत्थों चलीए। इदां सानूं संबोधन कीता, चलो अबै तीर्थन को देखै। ते मैं ते मरदाने ने आखिया सतगुरु हुण कोई जगह किहड़ी रह गई है जिथे जाना है? करीबन असीं बहुते देशां दा तां रटन कर ही आए हाँ, कोई है जगह इहो जी जिथे हले आपां नहीं गए हाँ? ते सतगुरु जी कह लगे भी हले कुछ जगह रहिंदियां ने, जिवें तीर्थ पए ने हले। ਇਹ तीर्थ यात्रा ते लोग बड़े आउंदे है, उत्थे जाके कुछ लोकां नूं समझाइए। सतगुरु उत्थे ज़्यादा जांदे सी जिथे बड़ा भीड़ भड़का हुंदा, क्योंकि उदां ते कोई मनुख किथे किथे टलबदे फिरना। एक जगह ते जिथे सारे लोग इकट्ठे होने, उत्थे साझा उपदेश कर देना। फिर देखना ना भी ये नीवी जाति का है, उच्ची जाति का है, गरीब है, अमीर है, सारे नूं कोल बिठा के उपदेश कर देना। क्योंकि बंदा कल्ला कल्ला कित्थे कित्थे जाके दसे। हुण जाके हुण सतगुरु जी नूं पता है कि तीर्थां ते हुण बड़ी भीड़ लगनी है। सतगुरु जी कह लगे भी हुण तीर्थां ते जावांगे, जह मानत होवै जात विशेख है। क्योंकि देखना तुसीं तीर्थां ते बड़ी भीड़ हुंदी है। आ जिन्ने गुरु अस्थान ने वड्डे वड्डे जिहड़े बड़े प्रचलित है, उत्थे बड़ी भीड़ हुंदी है। देखदे हो तुसीं हरमंदर साहिब चले जाओ, बड़ी भीड़ होएगी। ਇਹ जिन्ने तीर्थ अस्थान है, सतगुरु कह लगे बड़ी भीड़ हुंदी है उत्थे। ते उत्थे जिहड़े मनुख दुखी होणगे उन्हां नूं समझावांगे, नार जपान मेल कर लालू। ते कोल सतगुरु जी का चाचा सी जो बाबा लालू जी, बिरध अवस्था है उहदी। उन्हें हथ जोड़ के आख्या है कि सच्चे पातशाह तुसीं पहला बड़े समय बाद आए सी। पहले तो तुहाडे माँ बाप उडीक के थक गए, हुण तो वो सचखंड चले गए ने, हुण मैं रह गया इकल्ला। तो हुण मेरे ताईं की उपदेश है? तुसीं मैनूं कल्लिआं नूं छड्ड के चले हो। तात चले हमरे के हालू। की आख्या बाबे लालू ने? आख्या ऐ पुत्र तू चलिया चला है तो मेरा की हाल होएगा? ऐ तू सोचिया है? तू चले जाएगा, मैं की करांगा तेरे तो बिना? हुण बाबा लालू जी है, चाचे ते भतीजे का प्रेम। ऐ देखो हुण सतगुरु जी महाराज सच्चे पातशाह जी नूं कह रहा है बाबा लालू कि महाराज तुसीं ते चले हो, मेरा की होवेगा? झूठो जगत साच धर आपू। तो सतगुरु जी ने कहा है कि ये जगत झूठा है, इनू सच्चा ना मानो चाचा जी, तुसी समझ विचार करो। हुण सतगुरु जी ने बचन ही करना है। ये सतगुरां दी मौज है, जदों भी बचन करन चित चाहे उस वेले बचन असर कर जाए, चित चाहे सतगुरु जी ਪ੍ਰੀਖਿਆ लैन लग पैंदे ने, कसवट्टी ते चाढ़ दिंदे ने। हुण तां सुभाविक क्या है, महाराज जी ने कह लगे भी यह जगत ये तो झूठा है,
ਇਹਨੂੰ ਸੱਚਾ ਕਿਉਂ ਮੰਨਦੇ ਹੋ? ਸਿਮਰ ਨਾਮ ਨਹਿ ਸੰਗ ਕਦਾਪੂ। ਸਿਮਰਨ ਤੋਂ ਬਿਨਾ, ਪਰਮਾਤਮਾ ਦੇ ਸਿਮਰਨ ਤੋਂ ਬਿਨਾ, ਵਾਹਿਗੁਰੂ ਗੁਰਮੰਤਰ ਤੋਂ ਬਿਨਾ ਇਹ ਸੰਸਾਰ ਨਾਲ ਥੋੜ੍ਹੀ ਜਾਣ ਵਾਲਾ ਹੈ। ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾ ਸਿਓ ਨੇਹ ਲਗਾਇਓ। ਅੰਤ ਕਾਲ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਇਹ ਤੇ ਵਿਧਾਤੇ ਦਾ ਵਿਵਹਾਰ ਬਣਿਆ ਹੋਇਆ ਹੈ ਨਾ, ਜਿਸ ਨਾਲ ਮੋਹ ਲਗਾਇਆ, ਪਰ ਅੰਤ ਵੇਲੇ ਬਿਨਾਂ ਪਰਮਾਤਮਾ ਦੇ ਨਾਮ ਤੋਂ ਕੋਈ ਕੰਮ ਆਉਣ ਵਾਲਾ ਨਹੀਂ ਹੈ। ਇਹ ਚਾਚਾ ਜੀ ਤੁਸੀਂ ਸਮਝ ਵਿਚਾਰ ਕਰੋ। ਜਾਂ ਫਲ ਸਤਿਗੁਰ ਬਚਨ ਕਰ, ਮੋਹ ਸੰਨ ਕਰ ਨਾਸ਼। ਇਹ ਪੇਟ ਵਿੱਚ ਸੂਲ ਹੋ ਜਾਂਦਾ ਕਈ ਵਾਰ, ਬੜੀ ਦਰਦ ਹੁੰਦੀ ਹੈ, ਤਾਂ ਉਹਦੇ ਵਾਸਤੇ ਫਿਰ ਦਵਾਈ ਦਿੱਤੀ ਜਾਂਦੀ ਹੈ। ਦਵਾਈ ਦਿੰਦਿਆਂ ਸਾਰ ਉਸ ਵੇਲੇ ਆਰਾਮ ਆ ਜਾਂਦਾ ਹੈ। ਸਤਿਗੁਰੂ ਜੀ ਨੇ ਹੁਣ ਬਾਬਾ ਲਾਲੂ ਦੇ ਮੋਹ ਰੂਪੀ ਸੂਲ ਨੂੰ ਕੱਢਣ ਵਾਸਤੇ ਜਾਫਲ ਦੀ ਨਿਆਈ ਆਪ ਦਾ ਸ਼ੁਭ ਉਪਦੇਸ਼ ਬਖਸ਼ਿਆ ਹੈ। ਉਪਦੇਸ਼ ਸੁਣਦਿਆਂ ਸਾਰ ਹੁਣ ਬਾਬੇ ਲਾਲੂ ਦੀ ਕੀ ਹਾਲਤ ਹੈ ਸੁਣੋ। ਕੰਨ ਕੰਠ ਧਰ ਬੋਧ ਕੰਠ ਧਰ ਕਹਿਤ ਪਾ, ਤਾਤ ਖੇਲ ਜਹ ਆਸ। ਤਾਂ ਉਸੇ ਵੇਲੇ ਉਹਦਾ ਮੋਹ ਨਾਸ ਹੋ ਗਿਆ ਹੈ। ਹੱਥ ਜੋੜ ਕੇ ਬੜੇ ਪ੍ਰੇਮ ਨਾਲ ਆਖਿਆ ਹੈ ਕਿ ਇਹ ਪੁੱਤਰ ਤੁਹਾਡੀ ਮਰਜ਼ੀ ਹੈ, ਜਿੱਧਰ ਜਾਣਾ ਚਾਹੋ ਤੁਸੀਂ ਜਾ ਸਕਦੇ ਹੋ, ਅਸੀਂ ਤੁਹਾਨੂੰ ਹੁਣ ਰੋਕਦੇ ਨਹੀਂ ਹਾਂ, ਕਿਉਂਕਿ ਮੋਹ ਤੋੜ ਦਿੱਤਾ ਸਤਿਗੁਰਾਂ ਨੇ ਬਚਨ ਦੇ ਨਾਲ ਹੀ। ਇਹ ਦੁੱਖ ਹੀ ਸਾਰਾ ਮੋਹ ਦਾ ਹੈ। ਜਿੱਦਣ ਅੰਦਰੋਂ ਇਹ ਲਗਾ ਖਤਮ ਹੋ ਗਿਆ ਸਾਡਾ, ਆਪਣਾ ਪਰਾਇਆ ਖਤਮ ਹੋ ਗਿਆ, ਉਦੋਂ ਦੁੱਖ ਕਾਹਦਾ? ਸਤਿਗੁਰੂ ਜੀ ਨੇ ਕਿਰਪਾ ਕਰਕੇ ਬਾਬੇ ਲਾਲੂ ਦਾ ਮੋਹ ਤੋੜ ਦਿੱਤਾ ਜਦੋਂ, ਤੇ ਉਹਨਾਂ ਨੇ ਆਖਿਆ, ਕਹਿਣ ਲੱਗੇ ਪੁੱਤਰ ਜੀ ਹੁਣ ਤੁਹਾਡੀ ਮਰਜ਼ੀ ਹੈ, ਜਿੱਧਰ ਮਰਜ਼ੀ ਜਾਓ ਮੈਂ ਖੁਸ਼ ਹਾਂ, ਮੈਨੂੰ ਚੈਨ ਹੈ। ਇੱਦਾਂ ਕਹਿ ਦਿੱਤਾ। ਖੇਲ ਚਉਪਈ ਸੁਨ ਸ਼੍ਰੀ ਅੰਗਦ ਧਾਰਿਓ ਮੰਗਾ। ਤਦੋਂ ਐ ਗੁਰੂ ਅੰਗਦ ਦੇ ਮਹਾਰਾਜ ਜੀਓ ਮੇਰਾ ਬਚਨ ਸੁਣੋ। ਕੌਣ ਕਹਿ ਰਿਹਾ ਹੈ? ਭਾਈ ਬਾਲਾ। ਕਿਉਂਕਿ ਪਿੱਛੇ ਆਪ ਜੀ ਨੂੰ ਕਈ ਵਾਰ ਜ਼ਿਕਰ ਕੀਤਾ ਹੈ ਕਿ ਸਾਰਾ ਇਤਿਹਾਸ ਭਾਈ ਬਾਲਾ ਜੀ ਲਿਖਾ ਰਹੇ ਨੇ, ਸੁਣਾ ਰਹੇ ਨੇ ਗੁਰੂ ਅੰਗਦ ਦੇਵ ਜੀ ਨੂੰ। ਉਹ ਇਤਿਹਾਸ ਆਪਾਂ ਸੁਣ ਰਹੇ ਹਾਂ। ਇਹ ਸਾਰਾ ਇਤਿਹਾਸ ਗੁਰੂ ਨਾਨਕ ਦੇਵ ਜੀ ਦਾ ਭਾਈ ਬਾਲੇ ਨੇ ਖਡੂਰ ਸਾਹਿਬ ਵਿਖੇ ਬਹਿ ਕੇ ਸਤਿਗੁਰਾਂ ਨੂੰ ਸੁਣਾਇਆ ਹੈ। ਇਹ ਸਾਰਾ ਇਤਿਹਾਸ ਆਪਾਂ ਸੁਣ ਰਹੇ ਹਾਂ ਬੜੀ ਭਲੀ ਪ੍ਰਕਾਰ। ਕਹਿਣ ਲੱਗੇ ਜਦੋਂ ਅਸੀਂ ਜਾਣ ਲੱਗੇ ਤਲਵੰਡੀ ਤੋਂ, ਬੜਾ ਮੈਨੂੰ ਚਾਅ ਸੀ, ਸੁਣ ਸ਼੍ਰੀ ਅੰਗਦ ਧਾਰ ਉਮੰਗਾ। ਐ ਗੁਰੂ ਅੰਗਦ ਦੇ ਮਹਾਰਾਜ ਬੜੇ ਉਤਸ਼ਾਹ ਨਾਲ ਸਤਿਗੁਰਾਂ ਦੀ ਮਹਿਮਾ ਸੁਣੋ। ਮੁਝ ਮਰਦਾਨੇ ਕੋ ਲੀਏ ਸੰਗਾ। ਮੈਨੂੰ ਤੇ ਮਰਦਾਨੇ ਨੂੰ ਆਖਿਆ, ਪੀਆ ਬਾਲੇ ਮਰਦਾਨੇ ਚਲੋ ਚੱਲੀਏ ਹੁਣ ਆਪਾਂ, ਹੁਣ ਕੋਈ ਵੀ ਅੜਚਨ ਨਹੀਂ ਹੈ। ਹੁਣ ਬੜੇ ਹੀ ਉਤਸ਼ਾਹ ਨਾਲ ਆਪਾਂ ਆਪਦੇ ਤਲਵੰਡੀ ਤੋਂ ਤੀਰਥਾਂ ਨੂੰ ਚੱਲੀਏ। ਮਿਲ ਸਲਸੋਂ ਕੀਨੋ ਪ੍ਰਸਥਾਨਾ। ਫਿਰ ਸਾਰਿਆਂ ਦੇ ਤਾਈਂ ਸਤਿਗੁਰੂ ਮਿਲੇ ਹੈ। ਤਲਵੰਡੀ ਨਿਵਾਸੀਆਂ ਨੂੰ ਸਾਰਿਆਂ ਨੂੰ ਮਹਾਰਾਜ ਜੀ ਨੇ ਸਤਿ ਕਰਤਾਰ ਉਚਾਰਨ ਕਰਕੇ ਇਹ ਸਤਿ ਸ੍ਰੀ ਅਕਾਲ ਇਹ ਬਾਅਦ ਵਿੱਚ ਆਇਆ। ਉਸ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਗਈ। ਪਹਿਲੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਤਿ ਕਰਤਾਰ ਹੀ ਉਚਾਰਿਆ ਜਾਂਦਾ ਸੀ। ਕਿਸੇ ਨੂੰ ਮਿਲਣਾ ਸਤਿ ਕਰਤਾਰ ਬੁਲਾਉਣਾ। ਤਾਂ ਕਹਿਣ ਲੱਗੇ ਸਤਿਗੁਰੂ ਜੀ ਨੇ ਸਭਨਾਂ ਨੂੰ ਸਤਿ ਕਰਤਾਰ ਆਖ ਕੇ ਉੱਥੋਂ ਵਿਦਾਈ ਲਈ ਹੈ। ਗੁਰੂ ਨਾਨਕ ਸਾਹਿਬ ਚੱਲ ਪਏ। ਜੀਤਨ ਦੰਭੀ ਜੇ ਅਗਿਆਨਾ। ਕਿਉਂ ਚੱਲੇ ਆ ਸਤਿਗੁਰੂ? ਪਖੰਡੀਆਂ ਨੂੰ ਨਾਸ਼ ਕਰਨ ਵਾਸਤੇ, ਪਖੰਡੀਆਂ ਨੂੰ ਜਿੱਤਣ ਵਾਸਤੇ, ਪਖੰਡਵਾਦ ਨੂੰ ਖਤਮ ਕਰਨ ਵਾਸਤੇ। ਕਿਉਂਕਿ ਬਹੁਤਾ ਮਨੁੱਖ ਦੁਖੀ ਤਾਂ ਹੀ ਹੈ ਕਿਉਂਕਿ ਪਖੰਡੀਆਂ ਨੇ ਮਨੁੱਖ ਨੂੰ ਬਹੁਤ ਜ਼ਿਆਦਾ ਜਕੜਿਆ ਹੋਇਆ ਹੈ। ਤੂੰ ਆਹ ਕੰਮ ਨਹੀਂ ਕੀਤਾ ਤਾਂ ਦੁਖੀ ਹੈ, ਤੂੰ ਇਸ ਕੰਮ ਵਿੱਚ ਤੂੰ ਕੁਝ ਅੜਚਨ ਕੀਤੀ ਸੀ ਤਾਂ ਦੁਖੀ ਹੈ। ਇਹ ਪਖੰਡੀਆਂ ਨੇ ਆਪ ਦੇ ਰੁਜ਼ਗਾਰ ਵਾਸਤੇ ਮਨੁੱਖ ਨੂੰ ਭਰਮਾ ਦਿੱਤਾ ਹੈ। ਅਗਿਆਨੀ ਮਨੁੱਖ ਵਿਚਾਰਾ ਉਵੇਂ ਮੰਨ ਜਾਂਦਾ ਹੈ। ਅੱਜ ਕੋਈ ਭੁਲੇਖਾ ਪਾ ਦਿੰਦਾ ਕਿ ਤੁਸੀਂ ਚੌਂਕ ਵਿੱਚ ਇਹ ਫਲਾਣੀ ਜਗ੍ਹਾ 'ਤੇ ਜਾ ਕੇ ਆਹ ਚੀਜ਼ ਰੱਖ ਦਿਓ। ਇਹ ਪਖੰਡੀਆਂ ਲੋਕਾਂ ਨੇ ਆਪ ਦਾ ਧੰਦਾ ਬਣਾਇਆ ਹੋਇਆ ਹੈ। ਲੋਕਾਂ ਨੂੰ ਭਰਮਾਉਣ ਵਾਸਤੇ ਕਹਿ ਦਿੰਦੇ ਆ ਨਾ ਵੀ ਤੁਹਾਡੇ ਘਰ ਵਿੱਚ ਤਾਂ ਫਲਾਣੇ ਨੇ ਕੁਛ ਕੀਤਾ ਹੋਇਆ ਹੈ। ਇਹ ਪਖੰਡੀਆਂ ਨੇ ਜਾਣ ਬੁੱਝ ਕੇ ਕਿਸੇ ਨੂੰ ਭਰਮਾਉਣ ਵਾਸਤੇ
ਇਹ ਧੰਦਾ ਬਣਾਇਆ ਹੈ। ਸਤਿਗੁਰੂ ਜੀ ਸਭਨਾਂ ਦੇ ਧੰਦੇ ਨੂੰ ਚੌਪਟ ਕਰਨ ਵਾਸਤੇ ਆਪਦੇ ਤਲਵੰਡੀ ਤੋਂ ਚੱਲ ਪਏ। ਕਬਿਤ ਦਿਗ ਵਿਜੈ ਹੇਤ ਸਾਧ, ਬੇਦੀ ਕੁਲ ਕੇਤ ਦਲ। ਸਤਿਗੁਰੂ ਜੀ ਦਿਗ ਵਿਜੈ, ਦਿਗ ਨਾਮ ਹੁੰਦਾ ਚਾਰੇ ਦਿਸ਼ਾਵਾਂ ਦਾ। ਸਾਰੀਆਂ ਦਿਸ਼ਾਵਾਂ ਨੂੰ ਜਿੱਤਣ ਵਾਸਤੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਕਿਧਰੇ ਮੱਕੇ ਗਏ ਹੈ, ਕਿਧਰੇ ਇੱਧਰ ਗਏ ਰੂਸ ਵੱਲ ਗਏ ਹੈ, ਕਿਧਰੇ ਦੱਖਣ ਪੂਰਬ ਪੱਛਮ ਛੱਡਿਆ ਨਹੀਂ ਕੋਈ ਜਗ੍ਹਾ ਹੈ, ਕਿਧਰੇ ਸੁਮੇਰ ਪਰਬਤ 'ਤੇ ਚਲੇ ਗਏ ਸਤਿਗੁਰੂ ਸਿੱਧਾਂ ਨਾਲ ਗੋਸ਼ਟੀ ਕਰਨ ਵਾਸਤੇ। ਕੋਈ ਜਗ੍ਹਾ ਛੱਡੀ ਨਹੀਂ ਸਤਿਗੁਰਾਂ ਨੇ। ਬਾਬੇ ਤਾਰੇ ਚਾਰ ਚੱਕ, ਨਵਖੰਡ ਪ੍ਰਿਥਵੀ ਸੱਚਾ ਢੋਵਾ। ਬਾਬੇ ਨੇ ਸਾਰੇ ਚਾਰੇ ਚੱਕ ਤਾਰ ਦਿੱਤੇ ਆ ਮਹਾਰਾਜ ਜੀ ਨੇ। ਇਹ ਹੁਣ ਸਤਿਗੁਰੂ ਚਾਰੇ ਦਿਸ਼ਾ ਨੂੰ ਜਿੱਤਣ ਵਾਲੇ ਚੱਲ ਪਏ ਨੇ। ਤੇ ਕੀ ਨਾਲ ਸਾਥੀ ਕੌਣ ਹੈ? ਕਹਿਣ ਲੱਗੇ ਚਲੇ ਦਿਗ ਵੇਦ ਹੇਤ, ਦਿਗ ਵਿਜੈ ਹੇਤ ਸਾਧ, ਬੇਦੀ ਕੁਲ ਕੇਤ ਦਲ। ਬੇਦੀਆਂ ਦੇ ਕੁਲ ਦੇ ਧੁਜਾ ਰੂਪ, ਧੁਜਾ ਨਾਮ ਹੁੰਦਾ ਨਿਸ਼ਾਨ ਦਾ। ਬੇਦੀਆਂ ਦੇ ਕੁਲ ਦੇ ਸਤਿਗੁਰੂ ਮਹਾਰਾਜ ਜੀ ਚੱਲੇ ਨੇ। ਚੱਲੇ ਦੰਬ ਦਲ ਵੇਖੋ ਦਲਨ ਵਿਦਾਰਿਆ। ਲੋਕਾਂ ਦੇ ਪਖੰਡਾਂ ਨੂੰ ਨਾਸ਼ ਕਰਨ ਵਾਸਤੇ, ਜਿਹੜਾ ਲੋਕਾਂ ਨੇ ਜਾਣ ਬੁੱਝ ਕੇ ਆਮ ਲੋਕਾਂ ਨੂੰ ਦੁਖੀ ਕੀਤਾ ਸੀ, ਇਹ ਬਹੁਤ ਜ਼ਿਆਦਾ ਭਰਮਾਇਆ ਜਾਂਦਾ ਸੀ। ਉਹਨਾਂ ਦੇ ਪਖੰਡ ਨੂੰ ਨਾਸ਼ ਕਰਨ ਵਾਸਤੇ ਗੁਰੂ ਸਾਹਿਬ ਤਲਵੰਡੀ ਤੋਂ ਚੱਲ ਪਏ। ਭਗਤ ਕੀ ਕੇਤ ਪਤ ਪ੍ਰੇਮ ਕੋ ਸਮੇਤ ਕਰ। ਤੇ ਭਗਤੀ ਰੂਪ ਸਤਿਗੁਰਾਂ ਦੇ ਕੋਲ ਇਹ ਝੰਡਾ ਹੈ। ਤੇ ਪ੍ਰੇਮ ਕੇ ਸਮੇਤ ਕਰ, ਪਤ ਪ੍ਰੇਮ ਕੇ ਸਮੇਤ ਕਰ। ਪ੍ਰੇਮ ਰੂਪੀ ਕੱਪੜਾ ਹੈ ਸਤਿਗੁਰਾਂ ਦੇ ਕੋਲ। ਪ੍ਰੇਮ ਰੂਪੀ ਕੱਪੜਾ, ਭਗਤੀ ਰੂਪ ਝੰਡਾ ਹੈ ਸਤਿਗੁਰਾਂ ਦੇ ਕੋਲ। ਤੇ ਕੀਰਤ ਨਿਸ਼ਾਨੇ ਕਹਿਰਾਨੋ ਕੰਨ ਭਾਰੇ ਆ। ਸਤਿਗੁਰ ਜੀ ਪਰਮੇਸ਼ਵਰ ਦਾ ਉੱਚੀ ਉੱਚੀ ਨਾਮ ਜਪਣਾ, ਵਾਹਿਗੁਰੂ ਵਾਹਿਗੁਰੂ ਕਰਨਾ, ਇਹ ਸਤਿਗੁਰਾਂ ਪਾਸ ਨਗਾਰਿਆਂ ਦੀ ਨਿਗਾਹੀ ਹੈ। ਆਹ ਨਗਾਰੇ ਕਿਧਰੇ ਵੱਜਦੇ ਦੇਖੇ ਹੋਵੋਗੇ ਆਪ ਜੀ ਨੇ। ਜਦੋਂ ਨਿਹੰਗ ਸਿੰਘ ਫੌਜਾਂ ਜਾਂ ਕਿਧਰੇ ਆਹ ਦਰਬਾਰ ਸਾਹਿਬ ਅੱਜ ਕੱਲ੍ਹ ਹੈ, ਪਰ ਉਹ ਇੰਨੀ ਜ਼ਿਆਦਾ ਪਕੜ ਨਹੀਂ। ਨਗਾਰੇ ਨੂੰ ਵਜਾਉਣ ਦੀ ਵੀ ਵਿਧੀ ਹੁੰਦੀ ਹੈ। ਇਹ ਨਗਾਰੇ ਜਦੋਂ ਵੱਜਦੇ ਨੇ, ਮਨੁੱਖ ਦੇ ਅੰਦਰ ਇੱਕ ਵੀਰ ਰਸ ਪ੍ਰਗਟ ਹੋ ਜਾਂਦਾ ਹੈ, ਜੋਸ਼ ਆ ਜਾਂਦਾ ਹੈ। ਕਿਧਰੇ ਆਪ ਜੀ ਕਿ ਹਜ਼ੂਰ ਸਾਹਿਬ ਗਏ ਹੋਵੋ ਤੇ ਜ਼ਰੂਰ ਸੁਣਿਓ। ਹਜ਼ੂਰ ਸਾਹਿਬ ਜਦੋਂ ਨਗਾਰੇ ਵੱਜਦੇ ਹੈ, ਇੱਦਾਂ ਹੁੰਦਾ ਜਿਵੇਂ ਤੋਪ ਚੱਲਦੀ ਹੈ, ਇੰਨੀ ਆਵਾਜ਼ ਆਉਂਦੀ ਹੈ, ਸੁਣ ਕੇ ਚਿੱਤ ਪਰਚ ਜਾਂਦਾ ਹੈ। ਇਹ ਸਤਿਗੁਰਾਂ ਦੇ ਕੋਲ ਨਾਮ ਉੱਚੀ ਉੱਚੀ ਜੋ ਜਪਣਾ ਹੈ, ਇਹ ਸਤਿਗੁਰਾਂ ਦੇ ਕੋਲ ਨਗਾਰੇ ਹੈ। ਨਗਾਰੇ ਵੱਜਣ ਦੀ ਨਿਆਈ ਹੈ। ਜਿਵੇਂ ਬੱਦਲ ਗਰਜਦੇ ਹੈ, ਇਉਂ ਸਤਿਗੁਰੂ ਜੀ ਉੱਚੀ ਉੱਚੀ ਨਾਮ ਉਚਾਰਦੇ ਹੈ। ਵਾਹਿਗੁਰੂ ਵਾਹਿਗੁਰੂ ਕਰਨਾ, ਇਹ ਪਰਮਾਤਮਾ ਦਾ ਨਾਮ ਹੀ ਨਗਾਰੇ ਹਨ ਸਤਿਗੁਰਾਂ ਕੋਲ। ਗਿਆਨ ਕੋ ਖੜਗ ਧਰ, ਤੇ ਗਿਆਨ ਰੂਪੀ ਤਲਵਾਰ ਹੈ ਸਤਿਗੁਰਾਂ ਦੇ ਕੋਲ। ਜਿੱਥੇ ਹਥਿਆਰ ਨਹੀਂ ਕੰਮ ਕਰਦਾ, ਉੱਥੇ ਵਿਚਾਰ ਕੰਮ ਕਰਦੀ ਹੈ। ਜਿੱਥੇ ਵਿਚਾਰ ਨਹੀਂ ਕੰਮ ਕਰਦੀ, ਉੱਥੇ ਹਥਿਆਰ ਕੰਮ ਕਰਦਾ ਹੈ। ਇਸ ਵਾਸਤੇ ਪੰਜਾਂ ਪਾਤਸ਼ਾਹੀਆਂ ਨੇ ਫਕੀਰੀ ਲਿਬਾਸ ਧਾਰ ਲਿਆ। ਪਹਿਲਾਂ ਤਾਂ ਨਿਮਰਤਾ ਨਾਲ ਸਮਝਾਉਣ ਦਾ ਯਤਨ ਕੀਤਾ ਹੈ। ਜੇ ਨਿਮਰਤਾ ਰੱਖਦਿਆਂ ਹੋਇਆਂ ਵੀ ਦੁਸ਼ਟ ਮਨੁੱਖ ਨਹੀਂ ਸਮਝਦੇ ਹੈ, ਫਿਰ ਸਤਿਗੁਰਾਂ ਨੇ ਮੀਰੀ ਦੀ ਤਲਵਾਰ ਪਹਿਨ ਲਈ ਹੈ। ਦੇਖਿਆ ਹੈ ਪੀਰੀ ਦੇ ਨਾਲ ਗੱਲ ਨਹੀਂ ਬਣਦੀ ਹੈ। ਇਹ ਜੇ ਦੇਖੀਏ ਜ਼ਾਲਮ ਜੇ ਹੱਥੋਂ ਮਾਲਾ ਹੀ ਖੋਹ ਕੇ ਲੈ ਜਾਏ, ਜੇ ਅਸੀਂ ਨਾਮ ਜਪਦੇ ਹੋਈਏ ਦੁਸ਼ਟ ਸਾਡੇ ਕੋਲ ਗੁਟਕਾ ਹੀ ਖੋਹ ਕੇ ਲੈ ਜਾਏ, ਫਿਰ ਉਹਦੇ ਵਾਸਤੇ ਗੁਰੂ ਸਾਹਿਬ ਨੇ ਤਲਵਾਰ ਬਖਸ਼ੀ ਹੈ ਵੀ ਜੇਕਰ ਦੁਸ਼ਟ ਤੁਹਾਨੂੰ ਤੰਗ ਕਰਦਾ ਹੈ, ਤੁਹਾਡੇ ਬੋਲਦਿਆਂ ਸਾਰ ਵੀ ਤੁਹਾਨੂੰ ਨਾਮ ਸਮਝੇ, ਫਿਰ ਤੇਰੇ ਤਾਈਂ ਹਥਿਆਰ ਹੈ ਗੁਰੂ ਕੇ ਸਿੱਖਾ, ਤੂੰ ਫਿਰ ਬਦਲਾ ਲੈਣ ਵਾਸਤੇ ਤਿਆਰ ਹੋ ਜਾ। ਇਹ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਤਾਂ ਪਹਿਲੇ ਗਿਆਨ ਦੀ ਤਲਵਾਰ ਧਾਰੀ ਹੋਈ ਹੈ ਸਮਝਾਉਣੇ ਵਾਸਤੇ। ਜੇਕਰ ਕੋਈ ਬੋਲਦਾ ਹੈ, ਗਿਆਨ ਦੇ ਨਾਲ ਸ਼ਰਮਿੰਦਾ ਕਰ ਦਿੰਦੇ ਹੈ। ਗਿਆਨ ਕੋ ਖੜਗ ਧਰ, ਜੁਗਤ ਕਮਾਨ ਕਰ। ਤਰ੍ਹਾਂ ਤਰ੍ਹਾਂ ਦੀਆਂ ਜੁਗਤੀਆਂ ਢੰਗ ਤਰੀਕੇ ਕਿਸੇ ਨੂੰ ਸਮਝਾਉਣੇ ਵਾਸਤੇ, ਕਈ ਉਦਾਹਰਨਾਂ ਦੇਣੀਆਂ, ਪ੍ਰਮਾਣ ਦੇਣੇ, ਇਹ ਜੁਗਤੀਆਂ ਸਤਿਗੁਰਾਂ ਦੇ ਕੋਲ ਹੈ। ਇਹ ਤੀਰ ਦੇ ਵਾਂਗ ਹੈ, ਕਮਾਨ ਦੇ ਵਾਂਗ ਹੈ। ਤੇ ਨਾਨਾ ਦ੍ਰਿਸ਼ਟਾਨ ਲੀਨੋ ਸ਼੍ਰੀ ਮੁਖ ਧਾਰਿਆ। ਤਰ੍ਹਾਂ ਤਰ੍ਹਾਂ ਦੀਆਂ ਉਦਾਹਰਨਾਂ ਕਿਧਰੇ ਸਤਿਗੁਰੂ ਜੀ ਮੁਸਲਮਾਨਾਂ ਨੂੰ ਸਮਝਾਉਣ ਵਾਸਤੇ ਉਹਨਾਂ ਦੀਆਂ ਉਦਾਹਰਨਾਂ ਦਿੰਦੇ ਨੇ ਕਿ ਤੁਹਾਡੀ ਕੁਰਾਨ ਸ਼ਰੀਫ ਵਿੱਚ ਤਾਂ ਇੱਦਾਂ ਲਿਖਿਆ ਹੋਇਆ ਹੈ। ਜੇ ਕਿਧਰੇ ਸਨਾਤਨੀਆਂ ਨੂੰ ਸਮਝਾਉਣਾ ਹੈ ਤੇ ਸਤਿਗੁਰੂ ਜੀ ਫਿਰ ਵੇਦਾਂ ਦੇ ਵਿੱਚੋਂ, ਸ਼ਾਸਤਰਾਂ ਵਿੱਚੋਂ ਮਹਾਰਾਜ ਜੀ ਸਮਝਾਉਂਦੇ ਨੇ ਕਿ ਤੁਹਾਡੇ ਇਸ਼ਟ ਦੁਆਰਾ ਇਹ ਫਰਮਾਨ ਹੈ, ਤੁਸੀਂ ਕੀ ਸਮਝਦੇ ਹੋ?
इस करके सतगुरु जी ने सारे तरीक़िਆਂ नाल बंदे नूं जकड़िया। कोई बंदा सतगुरां दे नाल चर्चा नहीं सी कर सकता। सिद्धां ने बड़े यतन कीते सी, घड़ी मुड़ी आ जाते सी, कदे कोई चर्चा कदे कोई चर्चा, हर वारी हार जाते। अखीर ढह के चरनी पै गए सी कि सच्चे पातशाह असीं अणजाण आ, सानूं नहीं समझ है। सतगुरु जी के कोल ज्ञान रूपी खड़ग है, युगतियां रूपी कमान है, ते तरह तरह के दृष्टांत देने, उदाहरणां देनियां। यह तीर है सतगुरां दे कोल, जहाँ दिड़ कोट तहाँ करा मात तोप संग। जिथे बहुता कोई कठोर आ जाए उत्थे फिर सतगुरु करामात भी दिखा दिंदे है। जिथे नहीं कोई विचारां नाल संभल रहा, नहीं किसी तरीके नाल समझदा, फिर उत्थे करामात दिखाउणी लाजमी है। आ कई कह दिंदे कि गुरु साहब ने करामात नहीं दिखाई है। क्यों नहीं दिखाई है भाई? जिथे लोड़ है दिखाई है, ਇਹਦੇ ਵਿੱਚ कोई संशय नहीं है। ये गुरु के हथ ताकत है, गुरु की मर्जी है। वो जिथे दिखाउणी क्यों दिखा लैन, जिथे नहीं दिखाउणी नहीं दिखाउंदे, उन्होंने मौज है। इस करके जिथे बहुत कठोर है, जिस वक्त सतगुरु जी इत्थे मक्के गए सी, ते हुण मक्के जिहड़ा जीवन सी उत्थों दा, जिसने सतगुरां नूं लत मारी सी आके, जीवन मारी लत दी, किहड़ा सुत्ता कुफर कुफारी, उन्हें आउंदियां सार सतगुरां नूं लत मारी सी। ते जिहड़ा बंदा आउंदियां सार लत मार दे, उहनूं समझाउणा फजूल ही है। क्योंकि जिन्हें पैंदे छट्टे ही हथियार पढ़ लिया है, जिन्हें आउंदे सार लत मारी है, हुण भला ते नहीं गुजारेगा। उन्हें जदों लत मारी है तो फिर की होया? सतगुरु जी बोले नहीं कुछ। की आख्या है? ए कौन हो तुसीं, मैनूं क्यों मारदे पए हो? उन्हें आख्या तू पागल है, तू इत्थे मक्के नूं लत्तां करके पिया होया है, तैनूं अकल नहीं है? बड़े पुट्ठे सीधे लफ्ज बोले है, गालां भी कढ़दा होएगा। तो सतगुरु जी ने कहा भी मक्के तो जिधर परमात्मा नहीं है उधर मेरे चरण कर दो। तो फिर की होया? जिधर जिधर चरण करता है फिरिया मक्का कला दिखारी। जिधर नूं चरण कीते उधर नूं मक्का फिरदा जांदा है। जिधर सतगुरां दे चरण हुंदे मक्का भी उधर जाई जांदा है। यह सतगुरां दी अजमत महान है। जिथे नहीं किसी विचारां नाल समझदा कोई, उन्होंने फिर करामात दिखा के सतगुरु समझा दिंदे ने। आ औरंगा सतगुरु सच्चे पातशाह ने जिस वेले जफरनामा भेजिया सी ना गुरु गोबिंद सिंह जी ने, औरंगा भावें है तो दुष्ट सी, पर रोज़ तस्बीह फेरदा सी, अल्लाहू अकबर रोज़ करदा। तो हुण नाम तो आपका असर दिखाउंदा ही है। भावें बंदा कोई दुष्ट है तो वह नाम के प्रताप करके वो कोल रिद्धियां सिद्धियां तो है सी, तो वह रोज़ की करदा? रोज़ उन्हें आपदे समाधि ला के आपदे सूक्ष्म शरीर नूं बाहर कढ के ते मक्के की परिक्रमा करिया करनी। ऐ उहदा रोज़ का नियम सी। तो जिस वेले गुरु गोबिंद सिंह जी ने जफरनामा भेजिया है ना भाई दया सिंह जी के हथ औरंगाबाद विखे, 6 महीने तक भाई दया सिंह की किसी सुनवाई ना की है। बड़े लोगों ने कहा कि सानू औरंगे नाल मिला दिओ, गुरु साहब का जफरनामा मैं लैके आया होया हाँ। पर देखो कमाल की गल है, एक आम पिंड का सरपंच होए उन्होंने मिलने वास्ते सानू दर दर से फिरना पैंदा है। तो समय का हाकम सी वो बादशाह, उन्होंने मिलने वास्ते बड़िया तरह तरह दी पाबंदियां लगियां सी। जिन्हों कहना उन्हें कहना नहीं नहीं बादशाह नहीं किसी ने मिल सकता है, इदा ही कही जाना। फिर जिस वेले रोज़ आपदे निजम पूर्वक सवेरे उठ के आपदे सूक्ष्म शरीर द्वारा मक्के की यात्रा करता, तो जिदन अज गया तो उधर गुरु गोबिंद सिंह महाराज कित्थे है? यह सतगुरु नंदेड़ साहब इत्थे उस वेले सतगुरु दीने कांगड़ सी। सतगुरु जी ने उत्थों बैठिया ही आपदे ध्यान द्वारा वो भी महाराज जी मक्के पहुँचे है। ये उस वेले औरंगजेब खब्बी परिक्रमा करता पिया है, तो गुरु गोबिंद सिंह जी सज्जे बने हो के अगे खलो गए उहदे औरंगजेब दे। कह लगे हुण दस दे तू साडे सिख नूं इन्हें क्यों तो तंग कीता? 6 महीने हो गए तू जफरनामा नहीं पढ़दा पिया है, हुणे दस दिन हुणे मार दईए। फिर हथ जोड़े सी इन्हें। आ निहंग सिंघां दी जिहड़ी परिक्रमा चली है सज्जे बन्नेओ, यह भी समझ लेना उदों तो चली है जदों गुरु गोबिंद सिंह ने सज्जे बन्नेओ मक्के हो के ते औरंगजेब नूं घेरिया सी। उदों तो परिक्रमा निहंग सिंघां दी सज्जे बन्नेओ हो गई। तां कहण लगे जिवें उहनूं करामात दिखाई सी, फिर उस वेले उन्हें आके औरंगजेब ने
ਤੇ ਆਉਂਦਿਆਂ ਸਾਰ ਐਲਾਨੀਆਂ ਕਿਹਾ ਸੀ, ਜਿਹੜੇ ਗੁਰੂ ਕੇ ਸਿੱਖ ਇੱਥੇ ਆਏ ਉਹਨਾਂ ਨੂੰ ਛੇਤੀ ਛੇਤੀ ਲੈ ਕੇ ਆਓ। ਫਿਰ ਉਹ ਜ਼ਫਰਨਾਮਾ ਜਦੋਂ ਪੜ੍ਹਿਆ ਸੀ, ਭਾਈ ਦਇਆ ਸਿੰਘ ਜੀ ਬੋਲਦੇ ਪਏ ਨੇ ਜ਼ਫਰਨਾਮਾ, ਤੇ ਸੁਣਦਾ ਹੈ ਇਹਨੂੰ ਤੇ ਉਸ ਦਿਨ ਤੋਂ ਹੀ ਬਿਮਾਰੀ ਲੱਗ ਗਈ ਸੀ ਜਿਸ ਦਿਨ ਤੋਂ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਸੀ। ਪਰ ਅੱਜ ਉਹਦਾ ਇੱਕ ਸਾਹ ਆਉਂਦਾ, ਇੱਕ ਜਾਂਦਾ ਹੈ, ਇੱਕ ਰੰਗ ਆਉਂਦਾ, ਇੱਕ ਜਾਂਦਾ ਹੈ। ਬੜੀ ਬੁਰੀ ਹਾਲਤ ਹੈ, ਕਿਉਂਕਿ ਸਤਿਗੁਰਾਂ ਨੇ ਜ਼ਫਰਨਾਮੇ ਵਿੱਚ ਲਿਖ ਹੀ ਇਹਨਾਂ ਕੋਈ ਦਿੱਤਾ ਹੈ ਕਿ ਔਰੰਗਜ਼ੇਬ ਸ਼ਰਮਸ਼ਾਰ ਹੋ ਕੇ ਮਰਿਆ ਹੈ। ਜ਼ਫਰਨਾਮਾ ਪੂਰਾ ਨਾ ਸੁਣ ਸਕਿਆ, ਵਿੱਚ ਵਿਚਾਲੇ ਜਾਨ ਛੁੱਟੀ ਉਹਦੀ। ਬੜੀ ਬੁਰੀ ਹਾਲਤ। ਤਾਂ ਕਹਿਣ ਲੱਗੇ ਜਿੱਥੇ ਵਿਚਾਰਾਂ ਨਹੀਂ ਕੰਮ ਆਉਂਦੀਆਂ ਨੇ, ਜਿੱਥੇ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ, ਜੁਗਤਾਂ, ਪ੍ਰਮਾਣ, ਦ੍ਰਿਸ਼ਟਾਂਤ ਕੰਮ ਨਹੀਂ ਆਉਂਦੇ ਹੈ, ਉੱਥੇ ਗੁਰੂ ਸਾਹਿਬ ਜੀ ਫਿਰ ਕਰਾਮਾਤ ਦਿਖਾਉਂਦੇ। ਜਿਹੜੇ ਤੋਪ ਦੇ ਸਮਾਨ ਢਾਹੇ ਕੇ ਮੈਦਾਨ ਕੀਨ ਮਿਲੇ ਹਰ ਹਾਰਿਆ। ਫਿਰ ਉਹ ਜਿਹੜਾ ਕੋਈ ਦੁਸ਼ਮਣ ਹੋਏ, ਭਾਵ ਜਿਹੜਾ ਕੋਈ ਮਨੁੱਖ ਕਠੋਰ ਬਿਰਤੀ ਵਾਲਾ ਹੋਏ, ਸ਼ਰਮਸ਼ਾਰ ਹੋ ਕੇ ਗੁਰੂ ਸਾਹਿਬ ਦੇ ਚਰਨਾਂ 'ਤੇ ਪੈ ਜਾਂਦਾ। ਕਬਿਤ ਸਤਨਾਮ ਸਿਮਰਨ ਪਹਿਰ ਸਨਾਹ ਤਨ, ਰੋਜ਼ ਦਾ ਸਿਮਰਨ ਕਰਨਾ, ਪ੍ਰਭੂ ਦੇ ਗੁਣ ਗਾਵਨੇ। ਇਹ ਸਤਿਗੁਰਾਂ ਨੇ ਸੰਜੋਗ ਪਹਿਨੀ ਹੋਈ ਆਪਦੇ ਤਨ 'ਤੇ। ਯੁੱਧਾਂ ਦੇ ਵਿੱਚ ਜਦੋਂ ਸੂਰਮੇ ਯੁੱਧ ਕਰਦੇ ਤੇ ਤਨ 'ਤੇ ਸੰਜੋਗ ਪਹਿਨ ਕੇ ਰੱਖਦੇ ਸੀ ਵੀ ਤਾਂ ਕਿ ਦੁਸ਼ਮਣ ਛਾਤੀ 'ਤੇ ਵਾਰ ਨਾ ਕਰ ਸਕੇ, ਲੱਕ ਤੋਂ ਵਾਰ ਹੋਣੋਂ ਬਚ ਜਾਂਦਾ ਸੀ। ਗੁਰੂ ਸਾਹਿਬ ਨੇ ਇਹ ਕਵਚ ਪਹਿਨਿਆ ਹੋਇਆ ਹੈ ਨਾਮ ਦਾ। ਤੇ ਫਿਰ ਕਹਿਣ ਲੱਗੇ ਤਰਕ ਕੋਟਕ ਤਰਕ ਤਲਵਾਰ ਨਾ ਕੱਟਤ ਹੈ। ਤੇ ਕਰੋੜਾਂ ਤਰਕਾਂ ਨਾਮ ਦੇ ਅਭਿਆਸੀ ਨੂੰ ਤੋੜ ਨਹੀਂ ਸਕਦੀਆਂ ਨੇ। ਜਿਹੜਾ ਬੰਦਾ ਨਾਮ ਜਪਦਾ ਹੈ ਨਾ, ਉਹਨੂੰ ਤਰ੍ਹਾਂ ਤਰ੍ਹਾਂ ਦੇ ਮਨੁੱਖ ਭਾਵੇਂ ਆ ਕੇ ਉਹਨੂੰ ਤਰ੍ਹਾਂ ਤਰ੍ਹਾਂ ਦੀਆਂ ਮਨਮੁਖਤਾਈ ਵਾਲੀਆਂ ਗੱਲਾਂ ਕਰਨ, ਪਰ ਉਹ ਨਹੀਂ ਡੋਲ ਸਕਦਾ ਹੈ। ਕਬੀਰ ਸੰਤ ਨਾ ਛੋੜਈ ਸੰਤਈ, ਜੋ ਕੋਟਕ ਮਿਲਿਆ ਅਸੰਤ। ਸੰਤ ਆਪ ਦਾ ਸੁਭਾਅ ਨਹੀਂ ਤਿਆਗਦਾ ਹੈ। ਜਿਵੇਂ ਚੰਦਨ ਨੂੰ ਆ ਕੇ ਸੱਪ ਵਲੇਵੇਂ ਮਾਰ ਲੈਂਦੇ ਹੈ, ਪਰ ਚੰਦਨ ਕੇ ਤੇ ਸੁਗੰਧੀ ਦੇਣ ਤੋਂ ਹੀ ਹਟ ਜਾਂਦੀ ਹੈ। ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਨਾਮ ਟਿਕਿਆ ਹੈ, ਉਹਨਾਂ ਨੂੰ ਕੋਈ ਤਰਕਾਂ ਦੇ ਨਾਲ ਜੇਕਰ ਡਲਾਉਣਾ ਵੀ ਚਾਹੇ ਨਹੀਂ ਡੋਲਦਾ ਹੈ। ਕਿਸੇ ਮਨੁੱਖ ਨੂੰ ਕੋਈ ਨਾਸਤਿਕ ਗੱਲਾਂ ਕਰਦਾ ਸੀ, ਆਖਦਾ ਪਰਮਾਤਮਾ ਕਿੱਥੇ, ਮੈਂ ਤੇ ਦੇਖਿਆ ਨਹੀਂ ਕਿਧਰੇ ਹੈ। ਬੜੀਆਂ ਤਰਕਾਂ, ਬੜੇ ਤਰ੍ਹਾਂ ਦੇ ਸੰਸੇ ਪ੍ਰਗਟ ਕਰ ਦਿੱਤੇ ਹੈ। ਤੇ ਜਿਹੜਾ ਨਾਮ ਜਪਣ ਵਾਲਾ ਸੀ ਨਾ, ਉਹਨੇ ਇੱਕੋ ਹੀ ਗੱਲ ਕਰ ਦਿੱਤੀ। ਉਹਨੇ 100 ਦੀ ਇੱਕ ਗੱਲ ਕੀਤੀ। ਉਹਨੇ ਆਖਿਆ ਵੀ ਜੇ ਪਰਮਾਤਮਾ ਤੈਨੂੰ ਬਣਾਉਂਦਾ ਨਾ ਤੂੰ ਇੰਨੀਆਂ ਗੱਲਾਂ ਨਾ ਕਰਦਾ। ਉਹਨੂੰ ਗੱਲ ਨਾ ਆਈ ਮੁੜ ਕੇ। ਇਸ ਕਰਕੇ ਸਤਿਗੁਰਾਂ ਕੋਲ ਨਾਮ ਰੂਪੀ ਸੰਜੋਗ ਹੈ। ਇਹ ਸਮਝ ਲੈਣਾ ਨੀਵਾਂ ਮਨ ਰੱਖ ਨੂੰ ਅਗਾਰੀ ਹੈ। ਤੇ ਨੀਵਾਂ ਮਨ ਰੱਖਣਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿਰੇ ਢਾਲ ਰੱਖੀ ਹੋਈ ਹੈ। ਨੀਵਾਂ ਮਨ ਰੱਖ ਨੂੰ ਅਗਾਰੀ ਹੈ ਸਿਪਰ ਦਿੜ, ਰੋਸ ਰੂਪ ਤੀਰ ਜਾਂ ਕੋ ਛੂਏ ਨਾ ਸਕਤ ਹੈ। ਸਤਿਗੁਰ ਜੀ ਨੇ ਨਿਵਾਨਤਾ ਰੱਖੀ ਹੈ। ਗਰੀਬੀ ਗਦਾ ਹਮਾਰੀ। ਕੋਈ ਬੰਦਾ ਜੇਕਰ ਕਿਸੇ ਤੇ ਨਿਰਾਸ਼ ਹੋ ਜਾਏ, ਗਾਲਾਂ ਕੱਢੀ ਜਾਏ, ਇੱਕ ਦੂਸਰਾ ਬੰਦਾ ਚੁੱਪ ਹੋ ਕੇ ਸੁਣੀ ਜਾਏ, ਕੁਛ ਵੀ ਨਾ ਕਹੇ, ਤੇ ਲਾਜ਼ਮੀ ਹੈ ਜਿਹੜਾ ਮਨੁੱਖ ਕਠੋਰ ਗਾਲਾਂ ਕੱਢਦਾ ਪਿਆ ਹੈ ਨਾ, ਉਹਨੂੰ ਸ਼ਰਮਸ਼ਾਰ ਹੋਣਾ ਪਏਗਾ, ਸ਼ਰਮਿੰਦਾ ਹੋ ਜਾਏਗਾ। ਜਦੋਂ ਕੋਈ ਗਾਲ ਕੱਢਦਾ ਜਾਂ ਕੋਈ ਬੁਰਾ ਸਾਨੂੰ ਬੋਲਦਾ ਹੈ, ਜਿੰਨਾ ਚਿਰ ਅਸੀਂ ਜਵਾਬੀ ਅੱਗੋਂ ਨਹੀਂ ਕੁਛ ਬੋਲਦੇ ਹਾਂ, ਅਗਲਾ ਨਹੀਂ ਸਾਨੂੰ ਕੁਛ ਕਰ ਸਕਦਾ ਹੈ। ਪਰ ਨਹੀਂ, ਕ੍ਰੋਧ ਕਹਿਣ ਲੱਗਾ ਮੈਂ ਅੰਧ ਕਰੋ ਦ੍ਰਿਗਵੰਤਨ ਕੋ ਸ਼ਰਵਣੰਤਨ ਕੋ ਬਦਰੋ ਕਰ ਡਾਰੋ। ਕ੍ਰੋਧ ਕਹਿਣ ਲੱਗਾ ਕਿ ਮੈਂ ਤੇ ਜਦੋਂ ਮੈਨੂੰ ਕੋਈ ਗੱਲ ਕਰਦਾ ਮੈਂ ਤੇ ਸੁਣਦਾ ਨਹੀਂ ਹਾਂ। ਕ੍ਰੋਧ ਨਹੀਂ ਸੁਣਦਾ ਕਿਸੇ ਨੂੰ। ਪਰ ਸ਼ਾਂਤ ਮਨੁੱਖ ਉਹ ਕਿਸੇ ਨਾਲ ਲੜਦਾ ਨਹੀਂ ਹੈ। ਕਿਉਂ ਨਹੀਂ ਲੜਦਾ ਹੈ? ਉਹਨੂੰ ਕੋਈ ਗਾਲ ਵੀ ਕੱਢ ਦੇ, ਬੁਰਾ ਵੀ ਕਹਿ ਦੇ, ਉਹ ਚੁੱਪ ਹੀ ਕਰ ਜਾਂਦਾ ਹੈ, ਬੋਲਦਾ ਹੀ ਨਹੀਂ। ਤੇ ਜਿਹੜਾ ਪੁੱਠਾ ਸਿੱਧਾ ਬੋਲਦਾ ਹੋਏਗਾ ਉਹਨੇ ਆਪੇ ਸ਼ਰਮਿੰਦਾ ਹੋ ਜਾਣਾ। ਕੋਈ ਮਨੁੱਖ ਤਲਵਾਰ ਲੈ ਕੇ ਮਾਰਨ ਵਾਸਤੇ ਆਇਆ ਹੈ, ਉਹਨੂੰ ਅੱਗੋਂ ਕਹਿ ਦਿਓ ਭਲਿਆ ਮਾਨਸਾ ਮਾਰ ਲੈ, ਜੇ ਤੈਨੂੰ ਮਾਰ ਕੇ ਖੁਸ਼ੀ ਆਉਂਦੀ ਤੇ ਮਾਰ ਲੈ। ਸ਼ਰਮਿੰਦਾ ਹੋ ਜਾਏਗਾ ਅਗਲਾ ਆਪਣੇ ਆਪ। ਸਤਿਗੁਰੂ ਸੱਚੇ ਪਾਤਸ਼ਾਹ ਨੇ ਨਿਮਰਤਾ ਰੱਖੀ ਹੋਈ ਹੈ, ਕਿਉਂਕਿ ਪਹਿਲੇ ਪਾਤਸ਼ਾਹ ਤੋਂ ਲੈ ਕੇ 5ਵੇਂ ਪਾਤਸ਼ਾਹ ਤੱਕ ਗੁਰੂ ਸਾਹਿਬ ਨੇ ਆਪ ਦੀ ਕੋਈ ਕਠੋਰਤਾ ਨਾ ਵਰਤੀ ਹੈ। ਫਿਰ 6ਵੇਂ ਪਾਤਸ਼ਾਹ ਨੇ ਇਹ ਤਲਵਾਰ ਉਠਾਈ ਹੈ ਨਾ, ਆਪ ਜੀ ਨੂੰ ਪਤਾ ਹੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਨੀਵਾਂ ਮਨ ਰੱਖਿਆ ਹੈ। ਇਹ ਢਾਲ ਰੂਪ ਹੈ। ਹੁਣ ਅਨੇਕਾਂ ਕੋਈ ਗਾਲਾਂ ਕੱਢੇ, ਗਾਲਾਂ ਕੱਢਣ ਰੂਪ ਕੋਈ ਤੀਰ ਮਾਰੇ, ਢਾਲ ਵਿੱਚੋਂ ਲੰਘ ਨਹੀਂ ਸਕਦੇ। ਕਰੁਣਾ ਕੀ ਰੱਥ ਉਪਕਾਰ ਕੇ ਤੁਰੰਗ ਜੋਰ। ਤੇ ਕਰੁਣਾ ਕੀ ਹੈ? ਦਇਆ ਕਰਨੀ।
दया रूपी सतगुरां दे कोल रथ है ते उपकार के तरंग जोर, पर उपकार करन रूपी सतगुरां दे कोल घोड़े है। तां फिर सच कीनो सूत बृत डोरन जरत है। ते जिहड़ा सच बोलना है ਇਹ सतगुरां कोल रथवाही है, रथ चलाउण वाला सच बोलना है रथवाही। ते ਜਿਹੜੀਆਂ घोड़े दीयां वागां ने ਇਹ सतगुरु सच्चे पातशाह ने बृत्ति रूप घोड़े दीयां वागां पढ़ियां होईयां ने। आपदी बृत्ति नूं रोक के रखना, चंगे मंदे कर्मां तो आपदे आप नूं सतर्क रखना, ਇਹ सतगुरां दीयां वागां ने। राज धीरज संतोख दान आदि विज्ञान जोध, धीरज रखना, संतोख रखना, सब्र रखना, ਇਹ सतगुरां कोल अनुभव जोधे ने। ਇਹ सतगुरां दे संगी साथी है। चढ़े मोह जीत बेगुमार ही हरकत है। ते ਇਹ सतगुरु जी मोह रूपी वैरी नूं मारन वास्ते तलवंडी तो चल पए ने। ਇਹ सिद्ध करते ने कि सतगुरुओं दे कोल ही सारियां शक्तियां ने। ਇਹ सतगुरां नूं किसी बंदे की जरूरत नहीं है भी नाल कोई सैना आए। आम एक राजा होए उहदे नाल सैना हुंदी है, नाल उहदे हथियारां वाले शस्त्र बस्त्र सनदबद्ध ਇਹ नाल उहदे सैनक हुंदे ने। गुरु साहब दे कोल आप दी ज्ञान रूपी तलवार है। ਇਹ तुसीं सुन रहे हो पिछे, ਇਹ सतगुरु जी मोह रूपी वैरी नूं कट्टण वास्ते उथों तलवंडी तो चल पए। दोहरा शरदा समता सुमत धर्म भाव भले इशनान। शरदा रखनी सतगुरां ने ते फिर समता समत समानता रखनी है। अमीर गरीब दुखी सुखी सबना ते एक जही निगाह देखनी है। आम ਜਿਹੜੇ ਅੱਜ ਕੱਲ੍ਹ ਸਾਧ ਬਣਦਾ ਜਾਂਦੇ पर ਉਹਨਾਂ ਦੇ ਵਿੱਚ ਸਮਦ੍ਰਿਸ਼ਟੀ ਨਹੀਂ ਹੁੰਦੀ ਹੈ। ਉਹਨਾਂ ਦੇ ਵੱਲ ਤਾਂ ਦੇਖ ਕੇ ਤੁਸੀਂ ਕਹਿ ਸਕਦੇ ਹੋ ਲਾਜ਼ਮੀ ਵੀ ਇਹ ਗੁਰਮੁਖ ਨਹੀਂ ਹੈ, ਕਿਉਂਕਿ ਉਹਨਾਂ ਦਾ ਧਿਆਨ ਅਮੀਰਾਂ ਵੱਲ ਹੁੰਦਾ ਹੈ, ਗਰੀਬਾਂ ਨੂੰ ਤਾਂ ਉਹ ਅਣਡਿੱਠ ਕਰ ਦਿੰਦੇ ਹੈ। ਇਹ ਅੱਜ ਦੇ ਸਮੇਂ ਦੇ ਸੰਤ ਇਹੋ ਜਿਹੇ ਹੁੰਦੇ ਹੈ, ਪਰ ਗੁਰੂ ਸਾਹਿਬ ਸਮਦ੍ਰਿਸ਼ਟੀ ਰੱਖਦੇ ਹੈ। ਸਮਾਨ, ਕੋਈ ਦੁਖੀ ਹੈ ਸੁਖੀ ਹੈ, ਅਮੀਰ ਹੈ ਗਰੀਬ ਹੈ, ਸਭਨਾਂ ਨੂੰ ਇੱਕੋ ਜਿਹਾ ਉਪਦੇਸ਼ ਦੇਣਾ ਇਹ ਗੁਰੂ ਸਾਹਿਬ ਦੀ ਮਹਾਨਤਾ ਹੈ। ਭਾਵ ਭਲੇ ਇਸ਼ਨਾਨ, ਪ੍ਰੇਮ ਰੂਪੀ ਸਤਿਗੁਰੂ ਜੀ ਇਸ਼ਨਾਨ ਧਾਰਦੇ ਹੈ। ਇਤਿਆਦਿਕ ਦਲ ਲਓ ਗੁਰੂ ਕਰਤ ਭਏ ਪ੍ਰਸਥਾਨ। ਤਾਂ ਇਹੋ ਜਿਹੇ ਸਤਿਗੁਰੂ ਜੀ ਨੇ ਆਪ ਦੇ ਦਲ ਨਾਲ ਸਾਥੀ ਲਏ, ਤਲਵੰਡੀ ਤੋਂ ਚੱਲ ਪਏ। ਦੋਹਰਾ ਪੂਰਨ ਦੇਖਿਓ ਆਤਮਾ ਦਵੈਤੈ ਸਰਬ ਨਿਵਾਨ। ਇਹ ਪਰਮਾਤਮਾ ਨੂੰ ਪੂਰਨ ਦੇਖਣਾ, ਸਾਰੀਆਂ ਆਪ ਦੀਆਂ ਦਵੈਤ ਭਾਵਨਾ ਰਾਗ ਦਵੈਸ਼ ਮੇਟ ਦੇਣੀ, परमात्मा ने पूर्ण देखना। भय शांत मन संत जे तिन पद नमो हमार। ऐसे जो संत जाने जिन्हों ने आपके पंजा वैरियां काम क्रोध लोभ हंकार नूं मारिया है, ऐसे संत जिन्हां नूं साडी नमस्कार है। हुण प्रसंग सुनो अगे। ये पहले कवि जी ने सारे अलंकार बन के सुनाए ने। हुण लड़ीवार विच तुसीं श्रवण करो। श्री बाला संधुरवाच चौपाई भाई बाला जी उचारण करते हैं। यह इतिहास हुण तुसीं सुनो। हित तीर्थ के कीन उदासी। एक दिन की गल है, सतगुरु सच्चे पातशाह तलवंडी तो जदों गए ने तां कहण लगे तीर्थ यात्रा ते जा रहे जदों करन निहाल करन सुख रासी। सतगुरु सबना जीवां नूं निहाल करन वास्ते तुरे जा रहे। प्रथमै कुरुखेतर मह आए। ਇਹ ਕੁਰਖੇਤਰ ਕੁਰਕਸ਼ੇਤਰ ਇਹ ਹਰਿਆਣੇ ਵਿੱਚ ਪੈ ਜਾਂਦਾ ਹੈ। ਸਤਿਗੁਰੂ ਮਹਾਰਾਜ ਹੁਣ ਹਰਿਆਣੇ ਵਿੱਚ ਗਏ ਨੇ। ਇੱਥੇ ਤੀਰਥ ਹੈ ਕੁਰਕਸ਼ੇਤਰ ਦਾ, ਜਿੱਥੇ ਮਹਾਭਾਰਤ ਦਾ ਯੁੱਧ ਹੋਇਆ ਸੀ। ਇਹ ਇੱਥੇ ਸਤਿਗੁਰੂ ਮਹਾਰਾਜ ਗਏ ਜਦੋਂ ਵੈਸੇ ਏਕ ਬਾਣ ਮਨ ਭਾਏ। ਇੱਕ ਜਗ੍ਹਾ 'ਤੇ ਸਤਿਗੁਰੂ ਬੈਠ ਗਏ ਨੇ ਜਿੱਥੇ ਬੜੇ ਲੋਕ ਆ ਕੇ ਉੱਥੇ ਕੁਰਕਸ਼ੇਤਰ ਦੇ ਤੀਰਥ ਵਿੱਚ ਇਸ਼ਨਾਨ ਕਰਦੇ ਪਏ ਨੇ। ਸਤਿਗੁਰੂ ਕਿਸੇ ਖਾਲੀ ਜਗ੍ਹਾ ਦੇਖ ਕੇ ਤਾਂ ਉੱਥੇ ਬੈਠ ਗਏ। ਸੂਰਜ ਪਰਬ ਹੁਤੋ ਤੇ ਕਾਲਾ। ਤੇ ਇਹ ਜਾਣ ਲੈਣਾ ਜਦੋਂ ਸੂਰਜ ਨੂੰ ਗ੍ਰਹਿਣ ਲੱਗਦਾ ਹੈ ਨਾ, ਸਨਾਤਨ ਮਤ ਵਿੱਚ ਉਹਨੂੰ ਬੜਾ ਚੰਗਾ ਤਿਉਹਾਰ ਮੰਨਿਆ ਜਾਂਦਾ ਹੈ। ਸੂਰਜ ਨੂੰ ਗ੍ਰਹਿਣ ਲੱਗਾ ਸੀ ਉਸ ਵੇਲੇ ਚੰਦਰਮਾ ਦਾ, ਤਾਂ ਬੜੇ ਲੋਕ ਆ ਕੇ ਉੱਥੇ ਤੀਰਥਾਂ 'ਤੇ ਇਸ਼ਨਾਨ ਕਰ ਰਹੇ ਨੇ। ਅਤੇ ਫਿਰ ਸਤਿਗੁਰੂ ਮਹਾਰਾਜ ਜੀ ਮੇਲਾ ਇਕੱਠ ਭਇਓ ਵਿਸਾਲਾ। ਬੜੇ ਲੋਕ ਉੱਥੇ ਆਏ ਨੇ
किथे आम छोटे वड्डे जवान बिरध सारे नर नारियां सारियां जातियां उत्थे आईयां होईयां ने। की ब्राह्मण है, की क्षत्री है, की वैश्य है ते की शूद्र है, सारे लोग उत्थे आए हुए। द्विज आदिक जे चारों बरने, पंडित लोक महान पंडित चर्चावां करन वास्ते उत्थे आए सी। बड़े बड़े विद्वान। ਇਹ ਦਾਸ ਪਿਛਲੀ ਵਾਰ ਹਰਿਦੁਆਰ ਜਦੋਂ ਕੁੰਭ ਦਾ ਮੇਲਾ ਸੀ ਤੇ ਉਹ ਦਾਸ ਨਿਰਮਲਿਆਂ ਦੇ ਨਾਲ ਉੱਥੇ ਗਿਆ ਸੀ ਤੇ ਉੱਥੇ ਦੇਖਿਆ ਸੀ ਇਹ ਜਦੋਂ ਕੁੰਭ ਦਾ ਮੇਲਾ ਸੀ ਇਹ ਸਾਰੇ ਉੱਥੇ ਵਰਨ ਇਕੱਠੇ ਹੋ ਜਾਂਦੇ ਹੈ। ਕੀ ਜੰਗਮ ਹੈ, ਕੀ ਸਦੇਵੜੇ ਹੈ, ਕੀ ਉਦਾਸੀ ਹੈ, ਕੀ ਫਿਰ ਬੈਰਾਗੀ ਤਿਆਗੀ, ਸਾਰੇ ਉੱਥੇ ਆਉਂਦੇ ਹੈ। ਆਪੋ ਆਪਣੀਆਂ ਨਾਲ ਫੌਜਾਂ ਲੈ ਕੇ ਆਉਂਦੇ ਹੈ। ਭਾਵ ਕਿ ਸੰਨਿਆਸੀਆਂ ਦੇ ਵੱਖਰੇ ਜਥੇ ਬਣੇ ਹੁੰਦੇ ਹੈ, ਜਿਹੜੇ ਵੈਰਾਗੀ ਹੁੰਦੇ ਉਹਨਾਂ ਦੇ ਵੱਖਰੇ। ਨਾਂਗੇ ਸਾਧੂ ਵੀ ਇੱਥੇ ਆਏ ਹੁੰਦੇ ਆ, ਉਹ ਸਾਰੇ ਨੰਗ ਤੜੰਗੇ ਵੀ ਉੱਥੇ ਫਿਰਦੇ ਹੈ। ਇੱਦਾਂ ਉੱਥੇ ਸਾਰੇ ਲੋਕ ਆਏ ਸੀ। ਕੋਈ ਵੀ ਇਹੋ ਜਿਹਾ ਨਹੀਂ ਹੈ ਕਿ ਜਿਹੜਾ ਨਾ ਆਇਆ ਹੋਏ। ਮੰਨੇ ਪ੍ਰਮੰਨੇ ਧਾਰਮਿਕ ਲੋਕ ਇਹ ਕੁਰੂਕਸ਼ੇਤਰ ਵਿਖੇ ਆਏ ਜਦੋਂ। ਆਵਤ ਤੇ ਹਿਤ ਮੱਜਨ ਕਰਨੇ, ਉਹ ਲੋਕ ਸਾਰੇ ਤੀਰਥ 'ਤੇ ਇਸ਼ਨਾਨ ਕਰਨ ਵਾਸਤੇ ਆਏ ਹੈ। ਇਹ ਜਦੋਂ ਸੂਰਜ ਨੂੰ ਗ੍ਰਹਿਣ ਲੱਗਦਾ ਹੈ ਉਹਨੂੰ ਚੰਗਾ ਦਿਨ ਮੰਨਿਆ ਜਾਂਦਾ ਹੈ ਤੇ ਚੰਗਾ ਦਿਨ ਮਿੱਥ ਕੇ ਸਾਰੇ ਲੋਕ ਉੱਥੇ ਇਸ਼ਨਾਨ ਕਰਨ ਵਾਸਤੇ ਆਏ। ਆਸ਼ਰਮ ਹੈ ਬ੍ਰਿਸ਼ਟ ਇੱਕ ਜੋ ਇਤਿਆਦਿ। ਆਸ਼ਰਮ ਜਿਹੜੇ ਹੈ ਕੋਈ ਗ੍ਰਸਤੀ ਹੈ, ਪਰਿਵਾਰਾਂ ਵਾਲੇ ਵੀ ਆਏ ਨੇ ਉੱਥੇ। ਫਿਰ ਸੰਨਿਆਸੀ ਮਹਾਤਮਾ ਆਏ, ਬ੍ਰਹਮਚਾਰੀ ਆਏ ਉੱਥੇ। ਫਿਰ ਇਤਿਆਦਿ ਬਾਨਪ੍ਰਸਤੀ ਜਿਹੜੇ ਜੰਗਲਾਂ ਵਿੱਚ ਰਹਿੰਦੇ ਨੇ ਉਹ ਵੀ ਆ ਗਏ ਦੇਖ ਕੇ ਵੀ ਹੁਣ ਚੰਗਾ ਦਿਨ ਹੈ। ਤੀਰਥਾਂ ਨੂੰ ਸਨਾਤਨ ਮਤ ਵਿੱਚ ਬਹੁਤ ਮਹਾਨਤਾ ਦਿੱਤੀ ਜਾਂਦੀ ਹੈ, ਪਰ ਗੁਰੂ ਸਾਹਿਬ ਜੀ ਨੇ ਤਾਂ ਕਿਹਾ ਹੈ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਇਹ ਤੀਰਥਾਂ ਦਾ ਇਸ਼ਨਾਨ ਤਾਂ ਉਹ ਹੀ ਹੈ ਜਿਹੜਾ ਪਰਮਾਤਮਾ ਦੇ ਨਾਮ ਨੂੰ ਜਪਣਾ ਹੈ। ਨਹੀਂ ਤੇ ਜਿਹੜਾ ਅਸੀਂ ਮਨ ਵਿੱਚ ਖੁਟਿਆਈ ਲੈ ਕੇ ਜਾਈਏ ਤਾਂ ਉਹ ਫਿਰ ਤੀਰਥ ਇਸ਼ਨਾਨ ਕਾਹਦਾ ਹੈ। ਤੀਰਥ ਨਹਾਵਣ ਜਾਏ, ਤੀਰਥ ਨਾਮ ਹੈ। ਤੇ ਇੱਕ ਹੋਰ ਹੈ ਮਨ ਖੋਟੇ ਤਨ ਚੋਰ। ਜੇ ਕੋਈ ਤੀਰਥ 'ਤੇ ਗਿਆ ਹੈ ਮਨ ਵਿੱਚ ਖੋਟ ਹੈ, ਕਿਉਂਕਿ ਮੈਂ ਦੇਖਿਆ ਸਾਧ ਸੰਗਤ ਜੀ ਉੱਥੇ ਤੀਰਥਾਂ ਵਿੱਚ ਇਸਤਰੀਆਂ ਅਤੇ ਮਰਦ ਇੱਕੋ ਹੀ ਜਗ੍ਹਾ 'ਤੇ ਨਹਾਉਂਦੇ ਨੇ। ਬੜੀ ਸ਼ਰਮ ਵਾਲੀ ਗੱਲ ਹੈ। ਮੈਨੂੰ ਬੜੀ ਸ਼ਰਮ ਆਈ ਸੀ ਇਸ ਗੱਲ 'ਤੇ। ਇੰਨੀ ਮੂਰਖਤਾ। ਇਸਤਰੀਆਂ ਵੀ ਉੱਥੇ ਹੀ ਨਹਾਉਂਦੀਆਂ, ਉੱਥੇ ਹੀ ਮਰਦ ਨਹਾਉਂਦੇ ਆ। ਪਤਾ ਨਹੀਂ ਕੀ ਪਖੰਡ ਸੀ ਉਹਨਾਂ ਦਾ, ਮੈਂ ਤਾਂ ਹੈਰਾਨ ਸੀ। ਇਹ ਉਹ ਉੱਥੇ ਹੋ ਰਿਹਾ ਸਾਰਾ ਕੁਛ। ਅਤੇ ਜਿਹੜੇ ਹੁਣ ਮੂਰਖ ਲੋਕ ਹੈ, ਵਿਸ਼ਾਈ ਲੋਕ ਹੈ, ਉਹਨਾਂ ਨੂੰ ਤਾਂ ਫਿਰ ਪਰਾਇਆ ਤਾਂ ਨਹੀਂ ਤੱਕਣਾ ਹੈ ਨਾ। ਉਹਨਾਂ ਨੇ ਕੋਈ ਇਸ਼ਨਾਨ ਥੋੜ੍ਹੀ ਕਰਨਾ ਹੈ, ਉਹ ਤਾਂ ਵਿਕਾਰ ਬਿਰਤੀ ਵਾਸਤੇ ਗਏ ਹੈ। ਕਈ ਦੇਖਿਆ ਜਾਂਦਾ ਹੈ ਤੀਰਥਾਂ 'ਤੇ ਆਹ ਮੇਲੇ ਲੱਗ ਜਾਂਦੇ ਹੈ। ਚੋਰ ਚੜਾੜੇ ਵੀ ਜਿਹੜੇ ਆ, ਜਿਹੜੇ ਚੋਰੀਆਂ ਚਾਰੀਆਂ ਕਰਨ ਵਾਲੇ, ਉਹ ਵੀ ਉੱਥੇ ਚਲੇ ਜਾਂਦੇ, ਪਹੁੰਚ ਜਾਂਦੇ ਸਮੇਂ ਨਾਲ, ਕਿਉਂਕਿ ਚੋਰਾਂ ਨੇ ਆਪ ਦਾ ਕੰਮ ਕਰਨਾ ਹੈ ਅਤੇ ਜਿਹੜੇ ਤੀਰਥ 'ਤੇ ਆਏ ਹੁੰਦੇ ਉਹਨਾਂ ਨੇ ਆਪ ਦਾ ਕੰਮ ਕਰਨਾ ਹੈ। ਕਿਉਂ ਸਾਰੇ 'ਤੇ ਨਹੀਂ ਤੀਰਥ ਯਾਤਰੂ ਹੁੰਦੇ ਹੈ, ਕੋਈ ਟਾਵੇਂ ਟਾਵੇਂ ਹੁੰਦੇ ਹੈ। ਬੜੇ ਲੋਕ ਉੱਥੇ ਆਏ। ਆਵਤ ਤੇ ਚਾਰੋਂ ਮਿਲ ਦੋ, ਸਾਰੇ ਗ੍ਰਸਤੀ ਬਾਨਪ੍ਰਸਤੀ ਸੰਨਿਆਸੀ ਸਭ ਉੱਥੇ ਆ ਗਏ। ਖਟ ਦਰਸ਼ਨ ਤੇ ਆਦਿ ਔਰਾ। ਫਿਰ ਖਟ ਦਰਸ਼ਨ, ਇਹਦੇ ਵਿੱਚ ਜੋਗੀ ਆ ਜਾਂਦੇ ਹੈ, ਬਰਾਗੀ, ਜੰਗਮ, ਸਰੇਵੜੇ, ਇਹ ਸਾਰੇ ਜਿਹੜੇ ਸੰਨਿਆਸੀ ਹੁੰਦੇ ਹੈ ਘਰ-ਬਾਰ ਤਿਆਗ ਕੇ ਇਹਨਾਂ ਨੇ ਆਪਦੇ ਤਨ 'ਤੇ ਸਵਾਹ ਮਲੀ ਹੁੰਦੀ ਹੈ। ਇਹ ਸਾਰੇ ਉੱਥੇ ਜਿਹੜੇ ਉੱਥੇ ਤੀਰਥ ਇਸ਼ਨਾਨ 'ਤੇ ਆਏ ਹਨ। ਪੁਰਬ ਕਰਨ ਆਏ ਤੇ ਠੌਰਾ। ਅਤੇ ਇਹ ਲੋਕ ਆਪੋ ਆਪਣੇ ਅਨੁਸਾਰ ਆਰਤੀਆਂ ਕਰਦੇ ਨੇ। ਇਹ ਦੇਖਿਆ ਜਾਂਦਾ ਹੈ ਇਹ ਵੈਰਾਗੀਆਂ ਦੀ ਆਰਤੀ ਵੱਖਰੀ ਹੁੰਦੀ ਹੈ, ਸੰਨਿਆਸੀ ਵੱਖਰੀਆਂ ਆਰਤੀਆਂ ਕਰਦੇ ਨੇ ਸਾਰੇ। ਕੋਈ ਅੱਜ ਦੇ ਪਿੱਛੇ ਜੇ ਮੈਂ ਤੁਹਾਨੂੰ ਦੱਸਿਆ ਹੈ ਕਿ ਗੰਗਾ 'ਤੇ ਜਦੋਂ ਗਏ ਪਹਿਲਾਂ ਹੀ ਕਈ ਦਿਨ, ਕਈ ਮਹੀਨੇ ਪਹਿਲਾਂ ਹੀ ਇਹ ਵੇਦਾਂ ਦੇ ਪਾਠ ਸ਼ੁਰੂ ਕਰ ਦਿੰਦੇ ਨੇ। ਕਈ ਤਰ੍ਹਾਂ ਦੇ ਉੱਥੇ ਫਿਰ ਚਰਚਾਵਾਂ ਹੁੰਦੀਆਂ ਨੇ ਅਤੇ ਉੱਥੇ ਲੋਕ ਜਿਹੜੇ ਆਏ ਨੇ ਕੋਈ ਆਰਤੀਆਂ ਕਰਦਾ ਪਿਆ ਹੈ, ਕੋਈ ਆ ਕੇ ਆਪਦਾ ਅਨੁਸ਼ਠਾਨ ਕਰਦਾ ਪਿਆ ਹੈ। ਰਾਮ ਰਾਮ ਕਰਦੇ ਪਏ ਨੇ, ਓਮ ਨਮੋ ਸ਼ਿਵਾਏ, ਇੱਦਾਂ ਦੇ ਜਾਪ ਕਰਦੇ ਪਏ ਨੇ। ਉਹ ਸਾਰੇ ਲੋਕ ਆਪੋ ਆਪਣੇ ਅਨੁਸਾਰ, ਇਸ਼ਟ ਅਨੁਸਾਰ ਆਪ ਦੇ ਜਪ ਤਪ ਕਰਦੇ ਹਨ ਅਤੇ ਸਤਿਗੁਰੂ ਸਾਰੇ ਕੌਤਕ ਨੂੰ ਅੱਖੀਂ ਦੇਖਦੇ ਪਏ ਨੇ। ਅਤੇ ਸੁਣੋ ਅੱਗੇ ਕੀ ਹੋਇਆ। ਸ਼੍ਰੀ ਨਾਨਕ ਥਾਨੀ ਮਨ ਐਸੇ। ਗੁਰੂ ਨਾਨਕ ਸਾਹਿਬ ਦੇ ਮਨ ਵਿੱਚ ਆਇਆ ਹੈ ਵੀ ਇਹ ਬੜੇ ਲੋਕ ਆਪਸ ਵਿੱਚ ਕਿਤੇ ਕੋਈ ਗੱਲਾਂ ਕਰਦਾ ਪਿਆ ਹੈ, ਕਿਤੇ ਕੋਈ ਚਰਚਾ ਕਰਦਾ ਪਿਆ ਹੈ। ਇਹ ਕੁਝ ਕੋਈ ਲੋਕ ਮਨਮੁਖ ਖੜ੍ਹੇ ਹੋਏ ਨੇ
ਪਰਾਇਆ ਰੂਪ ਤੱਕਣ ਵਾਸਤੇ। ਤੇ ਸਤਿਗੁਰੂ ਸਾਹਿਬ ਦੇ ਮਨ ਵਿੱਚ ਆਇਆ ਹੈ ਕਿ ਇੱਦਾਂ ਨਹੀਂ ਗੱਲ ਬਣਨੀ ਹੈ, ਕੁਛ ਹੋਰ ਕਰਨਾ ਪਵੇਗਾ। ਇਨਸੋਂ ਚਰਚਾ ਕਰੀਏ ਕੈਸੇ। ਸਤਿਗੁਰੂ ਨੇ ਸੋਚਿਆ ਵੀ ਇਹ ਸਾਰੇ ਹੰਕਾਰੀ ਤੁਰੇ ਫਿਰਦੇ ਹੈ, ਕਿਉਂਕਿ ਤੁਸੀਂ ਦੇਖਣਾ ਇੱਕ ਇਕੱਲਾ ਬੰਦਾ ਹੋਏ ਨਾ, ਉਹਦੇ ਮਨ ਵਿੱਚ ਨਿਮਰਤਾ ਆਉਣੀ ਸੁਭਾਵਿਕ ਹੈ, ਕਿਉਂਕਿ ਇਕੱਲਾ ਹੈ, ਉਹਨੂੰ ਪਤਾ ਮੇਰੇ ਨਾਲ ਕੋਈ ਅੱਗੇ ਨਾ ਪਿੱਛੇ। ਜਦੋਂ ਕੋਈ ਬੰਦਾ ਜਥਿਆਂ ਦੇ ਨਾਲ ਜਾਏ, ਦਲਾਂ ਦੇ ਨਾਲ ਜਾਏ, ਉਹਦੇ ਮਨ ਵਿੱਚ ਇੱਕ ਹੰਕਾਰ ਆਉਣਾ ਸੁਭਾਵਿਕ ਹੈ। ਉਹਨੂੰ ਪਤਾ ਹੁੰਦਾ ਮੇਰੇ ਨਾਲ ਬੜੀ ਸੈਨਾ ਹੈ, ਮੇਰੇ ਨਾਲ ਬੜੇ ਬੰਦੇ ਹੈ। ਇਹ ਹੁਣ ਸਾਰੇ ਜਿਹੜੇ ਲੋਕ ਆਏ ਹੈ, ਬੜੀਆਂ ਭੀੜਾਂ ਬਣਾ ਬਣਾ ਕੇ ਆਏ ਸੀ, ਬੜੇ ਟੋਲੇ ਬਣ ਕੇ ਫਿਰਦੇ ਸਨ। ਨਾਂਗੇ ਸਾਧੂ ਵੱਖਰੇ ਫਿਰਦੇ, ਬੈਰਾਗੀ ਵੱਖਰੇ ਫਿਰਦੇ, ਉਦਾਸੀ ਵੱਖਰੇ ਫਿਰਦੇ। ਸਤਿਗੁਰੂ ਸੋਚਦੇ ਆ ਵੀ ਇਹਨਾਂ ਨੇ ਮੰਨਣਾ ਨਹੀਂ ਹੁਣ ਸਾਨੂੰ, ਵੀ ਜੇ ਇਹਨਾਂ ਨੂੰ ਆਪਾਂ ਕੁਛ ਸਮਝਾਇਆ ਵੀ ਇਹਨਾਂ ਨੂੰ ਤਾਂ ਗੱਲ ਪੈਣਾ ਹੈ, ਇਹਨਾਂ ਲੜਨ ਪੈਣਾ ਹੈ, ਅਤੇ ਕਿਵੇਂ ਇਹਨਾਂ ਨੂੰ ਸਮਝਾਇਆ ਜਾਏ। ਸਤਿਗੁਰੂ ਵਿਚਾਰ ਕਰਦੇ ਹਨ ਮਨ ਵਿੱਚ, ਪੰਡਤ ਤਾਂ ਵੱਡੇ ਹਿਰਦੇ ਜਿਨ ਗਰਬਾ। ਕਿਉਂਕਿ ਆਮ ਬੰਦੇ ਨੂੰ ਸਮਝਾਉਣਾ ਆਸਾਨ ਹੈ, ਇੱਕ ਪੰਡਿਤ ਨੂੰ ਸਮਝਾਉਣਾ ਬੜਾ ਮੁਸ਼ਕਿਲ ਹੈ। ਕਿਉਂਕਿ ਪੰਡਿਤ ਦੇ ਮਨ ਵਿੱਚ ਇਹ ਹੁੰਦਾ ਹੈ, ਪੰਡਿਤ ਕਿਹਾ ਜਾਂਦਾ ਵਿਦਵਾਨ ਨੂੰ, ਜਿਹੜਾ ਪੜ੍ਹਿਆ ਲਿਖਿਆ ਹੈ। ਇੱਕ ਅਨਪੜ੍ਹ ਨੂੰ ਸਮਝਾਉਣਾ ਸੌਖਾ ਹੈ, ਉਹਦੇ ਅੱਗੇ ਕੋਈ ਜ਼ਿਆਦਾ ਦਲੀਲਾਂ ਦੇਣ ਦੀ ਲੋੜ ਨਹੀਂ ਹੈ। ਪਰ ਪੜ੍ਹੇ ਲਿਖੇ ਮਨੁੱਖ ਨੂੰ ਸਮਝਾਉਣਾ ਇਹ ਮੁਸ਼ਕਿਲ ਹੁੰਦਾ ਹੈ, ਕਿਉਂਕਿ ਉਹਨੂੰ ਅਗਿਆਨਤੇ ਦੇ ਉਹਦਾ ਜਿਹੜਾ ਅਗਿਆਨ ਹੈ ਨਾ, ਉਹਨੂੰ ਉਹਦਾ ਹੀ ਮਾਣ ਹੋ ਜਾਂਦਾ ਹੈ, ਉਹ ਆਪਦੇ ਆਪ ਨੂੰ ਸਮਝਦਾਰ ਸਮਝਦਾ ਹੈ। ਇਸ ਵਾਸਤੇ ਬਹੁਤੇ ਪੰਡਿਤ ਲੋਕਾਂ ਨੂੰ ਭਾਵੇਂ ਬੜੀਆਂ ਬੜੀਆਂ ਗੱਲਾਂ ਸੁਣਾ ਦਿੰਦੇ ਨੇ, ਪਰ ਆਪ ਸ਼ੂਸ਼ੇ ਰਹਿ ਜਾਂਦੇ ਨੇ। ਸਤਿਗੁਰੂ ਸੋਚਦੇ ਹੈ ਵੀ ਇਹ ਪੰਡਿਤ ਲੋਕ ਤਾਂ ਬੜੇ ਹੰਕਾਰੀ ਹੈ, ਸਾਡੀ ਗੱਲ ਨਾ ਸੁਣਨਗੇ, ਕਿਸੇ ਤਰੀਕੇ ਨਾਲ ਵਿਧੀ ਨਾਲ ਹੀ ਸਮਝਾਉਣਾ ਪਏਗਾ। ਇੱਦਾਂ ਸਤਿਗੁਰੂ ਸੋਚਦੇ ਜਦੋਂ, ਮਾਨੀ ਸੰਨਿਆਸੀ ਜੇ ਸਰਬਾ। ਸੰਨਿਆਸੀ ਇੱਕ ਬੰਦਾ ਘਰ ਵਿੱਚ ਰਹਿੰਦਾ, ਉਹਨੂੰ ਘਰ ਦਾ ਮਾਣ ਹੈ, ਮੈਂ ਬੜਾ ਕੁਝ ਬਣਾ ਲਿਆ ਹੈ। ਜਿਹਨੇ ਘਰ ਤਿਆਗ ਦਿੱਤਾ ਹੈ ਨਾ, ਉਹਨੂੰ ਉਹਦਾ ਵੀ ਮਾਣ ਹੈ, ਤਿਆਗ ਦਾ ਵੀ ਮਾਣ ਹੋ ਜਾਂਦਾ ਹੈ। ਅਤੇ ਜੇਕਰ ਕੋਈ ਪ੍ਰਵਿਰਤ ਮਾਰਗ ਵਿੱਚ ਆ ਗਿਆ ਹੈ, ਬਹੁਤਾ ਧਨ ਇਕੱਤਰ ਕਰ ਲਿਆ, ਮਾਣ ਉਦੋਂ ਵੀ ਚੰਬੜ ਜਾਂਦਾ ਹੈ। ਸਤਿਗੁਰੂ ਸੋਚਦੇ ਆ ਵੀ ਇੱਥੇ ਸਾਰੇ ਹੰਕਾਰੀ ਨੇ, ਕਿਵੇਂ ਸਮਝਾਇਆ ਜਾਏ। ਤਿਆਗੀ ਆਪ ਦੇ ਮਾਣ ਵਿੱਚ ਨੇ, ਗ੍ਰਸਤੀਆਂ ਨੂੰ ਆਪਣਾ ਮਾਣ ਹੈ। ਅਸੀਂ ਹੁਣ ਫਕੀਰ ਜੇ ਬਣੇ ਹੋਏ ਹਾਂ, ਸਾਨੂੰ ਕੌਣ ਸੁਣੇਗਾ। ਇਹ ਸਤਿਗੁਰੂ ਭਾਈ ਬਾਲੇ ਅਤੇ ਮਰਦਾਨੇ ਨੂੰ ਸਮਝਾ ਰਹੇ ਹਨ ਉਸ ਵੇਲੇ। ਇੱਕ ਸਥਾਨ ਮੈਂ ਕੀਨੋ ਆਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਵੱਖਰੀ ਜਿਹੀ ਜਗ੍ਹਾ 'ਤੇ, ਜਿੱਥੇ ਬਹੁਤੀ ਭੀੜ ਭੜੱਕਾ ਘੱਟ ਹੈ, ਉੱਥੇ ਸਤਿਗੁਰੂ ਜੀ ਬੈਠ ਗਏ ਹਨ। ਜਦੋਂ ਬੈਸ ਰਹੇ ਮਦ ਦੰਭ ਵਿਨਾਸ਼ਨ, ਅਤੇ ਬੈਠੇ ਹੋਏ ਨੇ ਚੌਂਕੜਾ ਲਗਾ ਕੇ ਸਤਿਗੁਰੂ ਮਹਾਰਾਜ ਜੀ। ਇਹ ਪਖੰਡਾਂ ਨੂੰ ਨਾਸ਼ ਕਰਨ ਵਾਸਤੇ ਲੋਚਦੇ ਨੇ ਸਤਿਗੁਰੂ ਵੀ ਕੋਈ ਆਏ ਸਾਡੇ ਕੋਲ, ਉਹਦਾ ਅਸੀਂ ਭਰਮ ਕੱਢ ਦਈਏ। ਪਰ ਲੋਕ ਮੇਲੇ ਵਿੱਚ ਕਿਹਨੂੰ ਦੇਖਦੇ ਹੈ? ਲੋਕ ਮੇਲਿਆਂ ਵਿੱਚ ਆਪਦੀਆਂ ਡਾਰਾਂ ਵਿੱਚ ਮਸਤ ਹੁੰਦੇ ਹੈ, ਕੌਣ ਕਿਸੇ ਨੂੰ ਦੇਖਦਾ ਹੈ। ਸਤਿਗੁਰੂ ਬੈਠੇ ਤੇ ਹੈ ਦੀਨ ਦੁਨੀਆ ਦੇ ਵਾਲੀ, ਪਰ ਲੋਕ ਆਪਦੇ ਕੰਮਾਂ ਵਿੱਚ ਰੁੱਝੇ ਹੋਏ ਨੇ। ਲੋਕ ਭੀੜਾਂ ਭੜੱਕੇ ਬਣਾ ਕੇ ਵਿਚਰਦੇ ਪਏ ਨੇ, ਨਹੀਂ ਖਿਆਲ ਕਰਦੇ ਸਤਿਗੁਰਾਂ ਦਾ। ਸਤਿਗੁਰੂ ਬੈਠੇ ਹਨ ਜਦੋਂ, ਮਰਦਾਨਾ ਤਬ ਗਾਵਨ ਲੱਗਾ। ਫਿਰ ਸਤਿਗੁਰੂ ਜੀ ਨੇ ਕਿਹਾ ਵੀ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਇਹ ਫਿਰ ਸਤਿਗੁਰੂ ਜੀ ਦਾ ਬਚਨ ਮੰਨ ਕੇ ਮਰਦਾਨੇ ਨੇ ਰਬਾਬ ਛੇੜੀ ਹੈ। ਉੱਚੀ ਧੁਨੀ ਵਿੱਚ ਰਬਾਬ ਜਦੋਂ ਵੱਜੀ ਹੈ ਜਿਸ ਵੇਲੇ, ਮਧੁਰ ਰਾਗ ਸੋ ਔਰ ਅਨੁਰਾਗਾ। ਉਹ ਐਸਾ ਰਸ ਭਿੰਗੜਾ ਕੀਰਤਨ ਸਤਿਗੁਰੂ ਸੱਚੇ ਪਾਤਸ਼ਾਹ ਮਰਦਾਨੇ ਪਾਸੋਂ ਜਦੋਂ ਕਰਾ ਰਹੇ ਨੇ, ਤਾਂ ਉਸ ਵਕਤ ਇਹ ਜਿਹੜਾ ਅਨੁਰਾਗ ਪ੍ਰੇਮ ਹੈ, ਉਹ ਸੁਣ ਕੇ ਤਾਂ ਮੱਲੋ ਮੱਲੀ ਚਿੱਤ ਸ਼ਾਂਤ ਹੋ ਜਾਂਦਾ ਹੈ। ਸੰਗੀਤ ਵਿੱਚ ਇਹੋ ਜਿਹੀ ਮਗਨਤਾ ਆਈ ਹੈ, ਕੋਈ ਸੁਣੇ ਤਾਂ ਸਹੀ, ਉਸ ਵੇਲੇ ਚਿੱਤ ਖਿੱਚਿਆ ਜਾਂਦਾ ਹੈ, ਆਕਰਸ਼ਿਤ ਹੋ ਜਾਂਦਾ ਹੈ ਮਨ। ਜਦੋਂ ਹੀ ਸਤਿਗੁਰਾਂ ਨੇ ਰਬਾਬ ਮਰਦਾਨੇ ਕੋਲੋਂ ਵਜਾਈ ਹੈ, ਉਸੇ ਵੇਲੇ ਕਹਿਣ ਲੱਗੇ, ਸਾਰੇ ਲੋਕਾਂ ਦੇ ਵਿੱਚ ਇਹ ਹਫੜਾ ਦਫੜੀ ਪੈ ਗਈ। ਦੇਸ਼ਨ ਇੱਕ ਰਾਨੀ ਸੁਤ ਲੀਨੇ। ਇਹ ਜਦੋਂ ਪਤਾ ਲੱਗਾ ਹੈ ਕਿ ਇੱਥੇ ਰਬਾਬ ਵੱਜਦੀ ਪਈ ਹੈ, ਕਿਉਂਕਿ ਮੇਲੇ ਵਿੱਚ ਜਦੋਂ ਲੋਕ ਆਪਦੇ ਕੰਮਾਂ ਵਿੱਚ ਰੁੱਝੇ ਹੁੰਦੇ ਆ ਨਾ, ਅਤੇ ਜਦੋਂ ਲੋਕ ਦੇਖਦੇ ਆ ਕਿ ਇੱਧਰ ਕੀ ਹੋ ਰਿਹਾ ਹੈ, ਇੱਧਰ ਕੀ ਹੋ ਰਿਹਾ ਹੈ। ਇੱਦਾਂ ਇੱਕ ਰਾਜਾ ਅਤੇ ਉਹਦੀ ਮਾਂ ਆ ਗਈ ਹੈ। ਰਾਜਕੁਮਾਰ ਸੀ ਇੱਕ, ਅਤੇ ਨਾਲ ਉਹਦੀ ਮਾਂ ਸੀ, ਉਹ ਵੀ ਉੱਥੇ ਆ ਗਏ ਹਨ। ਕਿਉਂਕਿ ਮੇਲੇ ਵਿੱਚ ਬੜੇ ਤਰ੍ਹਾਂ ਦੇ ਲੋਕ ਆਏ ਹੁੰਦੇ ਨੇ, ਰਾਜੇ ਲੋਕ ਆਏ ਹੁੰਦੇ ਆ, ਗਰੀਬੜੇ ਵੀ ਆਏ ਹੁੰਦੇ ਆ, ਸਾਰੇ ਲੋਕ ਆਏ ਹੁੰਦੇ ਆ। ਇੱਕ ਰਾਣੀ
ਤੇ ਨਾਲ ਉਹਦਾ ਪੁੱਤਰ ਸਤਿਗੁਰਾਂ ਕੋਲ ਆ ਗਏ। ਜਦੋਂ ਆਈ ਨਿਕਟ ਬੰਧਨਾ ਕੀਨੇ, ਉਹਨੇ ਸਤਿਗੁਰਾਂ ਨੂੰ ਆ ਕੇ ਮੱਥਾ ਟੇਕ ਦਿੱਤਾ। ਬੇਨਤੀ ਕਰਨ ਲੱਗੀ, ਦੇਹ ਦੇ ਛਤਰ ਪ੍ਰਬਲ ਬਹੁ ਬਾਢੇ। ਕੀ ਆਖਿਆ ਹੈ ਕਿ ਮੇਰੇ ਬੜੇ ਦੁਸ਼ਮਣ ਨੇ, ਇਹ ਰਾਜਕੁਮਾਰ ਨੇ ਆਖਿਆ ਹੈ। ਰਾਜਕੁਮਾਰ ਕਹਿਣ ਲੱਗਾ, ਐ ਮਹਾਂਪੁਰਸ਼ੋ, ਮੇਰੇ ਤੇ ਬੜੀ ਵਿਪਤਾ ਆਈ ਹੋਈ ਹੈ। ਇਹ ਜਦੋਂ ਕੁੰਭ ਦਾ ਮੇਲਾ ਹੋਏ ਜਾਂ ਕੋਈ ਜਿੱਥੇ ਬੜੇ ਸੰਨਿਆਸੀ ਲੋਕ ਆਏ ਹੋਣ, ਆਮ ਲੋਕ ਉੱਥੇ ਆਪਦੀਆਂ ਜਿਹੜੀਆਂ ਦੁਖਦਾਈ ਕਹਿ ਦਈਏ ਹਾਲਤਾਂ ਨੇ ਉਹ ਬਿਆਨ ਕਰਦੇ ਨੇ। ਜਾ ਕੇ ਜੋ ਵੀ ਘਰ ਵਿੱਚ ਦੁੱਖ ਸੁੱਖ ਹੁੰਦਾ ਉਹ ਜਾ ਕੇ ਉਹਨਾਂ ਨੂੰ ਸੁਣਾਉਂਦੇ ਨੇ। ਤਾਂ ਮੇਰਾ ਵੀ ਇੱਕ ਮਿੱਤਰ ਸੀ ਪਿੱਛੇ ਜੇ, ਮੈਨੂੰ ਵੀ ਕਹਿੰਦਾ ਸੀ, ਕਹਿਣ ਲੱਗਾ ਸੀ ਕੁੰਭ ਦੇ ਮੇਲੇ 'ਤੇ ਬੜੇ ਮਹਾਤਮਾ ਆਏ ਹੋਣਗੇ ਅਤੇ ਮੈਂ ਘਰ ਦਾ ਕੋਈ ਮਸਲਾ ਹੱਲ ਕਰਵਾ ਲਵਾਂਗਾ। ਮੈਂ ਉਹਨੂੰ ਆਖਿਆ ਸੀ ਕਿ ਕਰੋਨਾ ਦਾ ਸਮਾਂ ਚੱਲਦਾ, ਹੁਣ ਨਹੀਂ ਤੇਰੀ ਕਿਸੇ ਨੇ ਸੁਣਨੀ ਹੈ। ਸੋ ਪਿਛਲੇ ਵਾਰੀ ਜਦੋਂ ਆ ਕੁੰਭ ਦਾ ਮੇਲਾ ਸੀ, ਉਦੋਂ ਮਿੱਤਰ ਕਹਿੰਦਾ ਸੀ ਮੇਰਾ, ਇੱਦਾਂ ਹੀ ਸਤਿਗੁਰੂ ਜੀ ਦੇ ਸਮੇਂ ਇਹ ਲੋਕ ਆਪਦੇ ਦੁੱਖ ਲੈ ਕੇ ਆਏ ਨੇ। ਕਿਉਂਕਿ ਸਾਰੇ ਇਹ ਪੁਰਬਾਂ ਵਿੱਚ ਤੀਰਥਾਂ 'ਤੇ ਜਾ ਕੇ ਸਾਰੇ ਖੁਸ਼ੀ 'ਤੇ ਨਹੀਂ ਨਾਲ ਜਾਂਦੇ ਹੈ। ਆਹ ਹਰਿਮੰਦਰ ਸਾਹਿਬ ਵੀ ਜਿਹੜੇ ਲੋਕ ਜਾਂਦੇ ਸਾਰੇ ਤਾਂ ਨਹੀਂ ਖੁਸ਼ੀ ਵਿੱਚ ਜਾਂਦੇ ਹੈ, ਕੋਈ ਆਪਦੇ ਦੁੱਖ ਸੁੱਖ ਲੈ ਕੇ ਜਾਂਦੇ ਹੈ। ਇਹ ਰਾਣੀ ਅਤੇ ਪੁੱਤਰ ਆਏ ਨੇ। ਉਹਨੇ ਆ ਕੇ ਕਿਹਾ ਕਿ ਇਹ ਮਹਾਂਪੁਰਸ਼ੋ, ਮੇਰੇ ਸਾਰੇ ਲੋਕ ਵੈਰੀ ਨੇ, ਮੈਨੂੰ ਕੋਈ ਟਿਕਣ ਨਹੀਂ ਦਿੰਦਾ। ਦੇਸ਼ ਖੋਸ ਸੋ ਪੁਰ ਤੇ ਕਾਢੇ, ਮੈਨੂੰ ਮੇਰੇ ਦੇਸ਼ ਤੋਂ ਨਿਕਾਲਾ ਦੇ ਦਿੱਤਾ ਹੈ। ਮੈਨੂੰ ਕੁੱਟ ਕੇ ਦੇਸ਼ ਵਿੱਚੋਂ ਭਜਾ ਦਿੱਤਾ ਹੈ। ਮੈਂ ਹੈ ਤੇ ਰਾਜਕੁਮਾਰ, ਪਰ ਮੇਰੀ ਹੁਣ ਬੁਰੀ ਹਾਲਤ ਹੈ। ਮੈਂ ਹੁਣ ਰਾਜਕੁਮਾਰ ਲੱਗਾਂਗਾ ਨਹੀਂ ਤੁਹਾਨੂੰ, ਕਿਉਂਕਿ ਮੇਰੇ ਕੋਲ ਤਾਕਤ ਨਹੀਂ ਹੈ। ਰਾਜਾ ਪ੍ਰਜਾ ਤੋਂ ਬਿਨਾਂ ਰਾਜਾ ਕਿਵੇਂ, ਇਹ ਸੂਰਮਾ ਹਥਿਆਰਾਂ ਤੋਂ ਬਿਨਾਂ ਸੂਰਮਾ ਕਿਵੇਂ। ਕਹਿਣ ਲੱਗਾ, ਹੈ ਤੇ ਮੈਂ ਰਾਜਾ, ਪਰ ਮੇਰੇ ਕੋਲ ਰਾਜ ਭਾਗ ਹੈ ਨਹੀਂ ਹੈ। ਵੈਸੇ ਮੈਨੂੰ ਕੱਢ ਦਿੱਤਾ ਹੈ ਮੇਰੇ ਲੋਕਾਂ ਨੇ। ਭਈ ਦੀਨ ਮ੍ਰਿਗ ਕੋ ਮਾਰੀ, ਤਦੋਂ ਫਿਰ ਭਈ ਦੀਨ ਪਿਖ ਸੰਤ ਕਿਰਪਾਲਾ। ਉਹ ਰਾਣੀ ਨੇ ਜਦੋਂ ਬੇਨਤੀਆਂ ਕੀਤੀਆਂ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਨਿਮਰਤਾ ਦੇਖ ਕੇ ਕਿਰਪਾਲੂ ਹੋ ਗਏ। ਸਤਿਗੁਰੂ ਜੀ ਤਰਸ ਕੀਤਾ ਉਸ 'ਤੇ, ਰਹਿਮਤ ਵਰਤਾਉਣ ਲੱਗੇ। ਆਮ ਬੇਨਤੀ ਕੀਨ ਵਿਸਾਲਾ। ਸਤਿਗੁਰੂ ਸੱਚੇ ਪਾਤਸ਼ਾਹ ਦੇਖਦੇ ਪਏ ਨੇ, ਕਿਉਂਕਿ ਗਏ ਇਸੇ ਵਾਸਤੇ ਸੀ, ਘਰੋਂ ਨਿਕਲੇ ਇਸੇ ਵਾਸਤੇ ਸੀ ਕਿ ਗਰੀਬਾਂ ਦੇ ਅਮੀਰਾਂ ਦੇ ਜੋ ਵੀ ਦੁੱਖ ਸੁੱਖ ਨੇ ਉਹ ਸਤਿਗੁਰੂ ਜੀ ਨੇ ਕੱਟਣੇ ਨੇ ਅਤੇ ਪਰਮ ਆਨੰਦ ਬਖਸ਼ਣਾ ਹੈ। ਇਹ ਸਤਿਗੁਰੂ ਮਹਾਰਾਜ ਇਸੇ ਕਰਕੇ ਤਾਂ ਗਏ ਸਨ। ਕਹਿਣ ਲੱਗੇ, ਜਦੋਂ ਉਹਨੇ ਬੇਨਤੀ ਕੀਤੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੇਖਦੇ ਨੇ ਉਸ ਵਕਤ, ਤੇ ਭੂਪਤ ਸੁਤ ਮ੍ਰਿਗ ਕੋ ਮਾਰੀ। ਇਹ ਰਾਣੀ ਦਾ ਪੁੱਤਰ ਜਿਹੜਾ ਸੀ ਨਾ, ਉਹ ਇੱਕ ਹਿਰਨ ਨੂੰ ਮਾਰ ਕੇ ਲਿਆਇਆ ਸੀ। ਜਿਸ ਵਕਤ ਧਰੀ ਭੇਟ ਤਿਨ ਗੁਰੂ ਅਗਾਰੀ, ਉਹਨੇ ਆ ਕੇ ਤੇ ਹਿਰਨ ਨੂੰ ਮਰੇ ਨੂੰ ਸਤਿਗੁਰਾਂ ਦੇ ਕੋਲ ਰੱਖ ਦਿੱਤਾ ਹੈ ਭੇਟਾਂ ਦੇ ਵਜੋਂ। ਸੋਚਿਆ ਹੋਏਗਾ ਸਤਿਗੁਰੂ ਮਹਾਰਾਜ ਮਾਸਾ ਆਹਾਰੀ ਹੋਣਗੇ, ਕਿਉਂਕਿ ਇਹ ਸਾਰੇ ਮਤ ਇੱਕ ਤਰ੍ਹਾਂ ਦੇ ਨਹੀਂ ਹੈ। ਜਿਵੇਂ ਮੁਸਲਮਾਨ ਹਲਾਲ ਕਰਕੇ ਮਾਸ ਖਾ ਜਾਂਦੇ ਹੈ, ਇਹ ਬ੍ਰਾਹਮਣ ਲੋਕ ਵੀ ਜਿਹੜੇ ਸਨ ਇਹ ਮੱਛੀ ਨੂੰ ਜਲ ਤੋਰੀ ਕਹਿ ਕੇ ਖਾ ਜਾਂਦੇ ਸੀ। ਇਹ ਉਹਨਾਂ ਦੀ ਹਾਲਤ ਸੀ। ਉਹਨਾਂ ਲੋਕਾਂ ਨੂੰ ਕਹਿਣਾ ਅਸੀਂ ਬੜੇ ਜ਼ਿਆਦਾ ਸ਼ਾਕਾਹਾਰੀ ਹਾਂ, ਪਰ ਲੋਕ ਕੇ ਸਾਰੇ ਬੁਰੇ ਕੰਮ ਕਰਨੇ। ਇਹ ਉਹਨਾਂ ਸੋਚਿਆ ਵੀ ਖੌਰੇ ਇਹ ਹੁਣ ਮੇਲਾ ਲੱਗਾ ਹੋਇਆ, ਕਈ ਤਰ੍ਹਾਂ ਦੇ ਮਨੁੱਖ ਆਏ ਨੇ। ਸਤਿਗੁਰੂ ਜੀ ਨੂੰ ਮਾਸਾ ਆਹਾਰੀ ਜਾਣ ਕੇ ਉਹਨੇ ਆ ਕੇ ਮਹਾਰਾਜ ਦੇ ਅੱਗੇ ਹਿਰਨ ਮਰਿਆ ਹੋਇਆ ਰੱਖ ਦਿੱਤਾ ਹੈ। ਅਤੇ ਕੀ ਆਖਦਾ, ਕਹਿ ਸੋ ਰਿਪਨ ਦੀਨ ਨਿਕਾਰੇ। ਕਹਿਣ ਲੱਗਾ, ਮਹਾਰਾਜ ਮੈਨੂੰ ਮੇਰੇ ਦੁਸ਼ਮਣਾਂ ਨੇ ਭਜਾ ਦਿੱਤਾ ਹੈ, ਮੈਂ ਰਾਜ ਭਾਗ ਵਿੱਚੋਂ ਨਿਕਲ ਕੇ ਆਇਆ ਹਾਂ। ਹਮ ਆਏ ਅਬ ਪਾਸ ਤੁਮਾਰੇ, ਹੁਣ ਤੁਹਾਡੀ ਸ਼ਰਨ ਤੱਕੀ ਹੋਈ ਹੈ, ਕਿਰਪਾ ਕਰਕੇ ਆਪ ਦੀ ਸ਼ਰਨ ਮੇਰੇ ਤਾਈਂ ਬਖਸ਼ ਦਿਓ। ਕਿਰਪਾ ਕਰੋ ਬਚ ਭਾਖੋ ਐਸੇ, ਕਿਰਪਾ ਕਰ ਦਿਓ ਮੇਰੇ ਤਾਈਂ, ਆਪ ਦੇ ਮੁਖ ਤੋਂ ਮੈਨੂੰ ਕੋਈ ਵਰ ਦੇ ਦਿਓ। ਤੁਹਾਡੇ ਵਰ ਨਾਲ ਮੈਂ ਸੁਖੀ ਹੋ ਜਾਵਾਂਗਾ, ਕਿਉਂਕਿ ਭਰੋਸਾ ਸੀ ਨਾ ਵੀ ਹੁਣ ਦੁਖੀ ਆਇਆ ਹਾਂ, ਕੋਈ ਨਾ ਕੋਈ ਤਾਂ ਮੇਰੀ ਬਾਂਹ ਫੜੇਗਾ। ਉਹ ਰਾਜਕੁਮਾਰ ਨੇ ਸਤਿਗੁਰੂ ਜੀ ਨੂੰ ਆਖਿਆ ਵੀ ਕਿਰਪਾ ਕਰਕੇ ਕੋਈ ਬੋਲ ਛੱਡੋ ਮੇਰੇ ਤਾਈਂ ਇਹੋ ਜਿਹਾ, ਜਿਸ ਕਰਕੇ ਮੈਂ ਸੁਖੀ ਹੋ ਜਾਵਾਂ। ਰਾਜ ਹਮੇ ਪ੍ਰਾਪਤ ਹੋਵੇ ਜੈਸੇ, ਜਿਸ ਕਰਕੇ ਮੇਰੇ ਤਾਈਂ ਫੇਰ ਮੁੜ ਕੇ ਮੇਰਾ ਰਾਜ ਭਾਗ ਮੈਨੂੰ ਮਿਲ ਜਾਏ। ਕੋਈ ਇਹੋ ਜਿਹੀ ਮੇਰੇ ਤਾਈਂ ਕੋਈ ਕਿਰਿਆ ਦੱਸੋ ਜੋ ਮੈਂ ਕਰ ਸਕਦਾ ਹੋਵਾਂ ਅਤੇ ਆਪ ਦਾ ਰਾਜ ਭਾਗ ਮੋੜ ਲਵਾਂ। ਕਿਰਪਾ ਕਰੋ ਮੇਰੇ ਤਾਈਂ ਕੋਈ ਬਚਨ ਦੱਸੋ। ਸੁਣ ਤੇ ਸੋ ਕਹਿ ਗੁਰੂ ਕਿਰਪਾਲਾ। ਅਤੇ ਸਤਿਗੁਰੂ ਜੀ ਨੇ
उस राजकुमार की बेनती सुन के तो महाराज कह लगे, ब्रह्म भोज तुम करो विशाला। ए राजकुमार तू ब्रह्म भोज कर, तू जग कर दे, लंगर लगा दे लोगों के ताई, यह वड्डा पुण्य होएगा। लोगों को जो चाहे छका दे, तेरे ताई वड्डा पुण्य होवेगा। प्राप्त होवे है राज बहोरी। सतगुरु कह लगे भी तू जदों ब्रह्म भोज करेगा ना, लंगर छकाएगा आम दुनिया नूं, तां तेरे ताई फिर राज भाग मुड़ वापस मिल जाएगा। ऐ सतगुरां दे वचन सुन के वो राजकुमार आखदा, सो बोले तब तुह कर जोरी। हथ जोड़ लियो राजकुमार ने, कह लगा, ए सच्चे पातशाह मैं राज भाग की लेना है, मेरे कोल तां कौडी भी नहीं है। बेनती करदा, भोजन हित हम पास न दरबा। मेरे कोल एक दमड़ा भी नहीं है, मैं भोजन किवें छकावां लोकां नूं। तुसीं आखदे हो ब्रह्म भोज करा, मैं ब्रह्म भोज किवें करावां, मेरे कोल तां पैसे नहीं हन। करत युद्ध तह खर्चियो सरबा। मैं आपकी जान बचाउण वास्ते युद्ध कीता सी, युद्ध करदिआं होइआं मेरा सारा खर्चा खत्म हो गया, हुण मेरे कोल तां कोई धन नहीं है। अब ऐसे होए रंक समाना। हुण तां मैं रंक दे समान हो गया हाँ, रंक मैं कंगाल हो गया हाँ, मैं हुण तां अनाथ होया हाँ। कृपा करो आए शरणं संत महाना। इसे करके तो मैं तुहाडे कोल आया हाँ। जिवें सतगुरु सच्चे पातशाह फिर उस मनुख नूं, उस राजकुमार नूं महाराज जी सिक्ख्या देणगे, जिस तो कि वो पंडित सड़ मच के सतगुरां दे कोल आउणगे। वो सारी वारता आपां अगले दीवानां विच श्रवण करांगे। तुश बुद्धि नाल सतगुरु जी का जस करदिआं बेअंत भुल्लां दी खिमा आप सारी संगत का रोम रोम करके धन्नवाद है। कीमती समय विचों समा कढ के सतगुरां दी महान विचार श्रवण कीती। आओ जी अखीरलियां पंक्तियां पढ़िए, गुर फतेह विच सांझ पाइए। भोजन हित हम पास न दरबा, करत जोग तै खर्चियो सरबा। अब हम होए रंक समाना, आए शरणं संत महाना। वाहिगुरू जी का खालसा,